ਜਦੋਂ ਦੇਸ਼ ਆਜ਼ਾਦ ਵੀ ਹੋਇਆ ਉਦੋਂ ਵੀ ਜਿਹੜੇ ਪੰਜਾਬੀ ਨੇ ਉਹ ਧਰਮ ਦੇ ਨਾਂ ਤੇ ਵੰਡੇ ਗਏ। ਜਦੋਂ ਵੀ ਲੋਕ ਆਪਣੇ ਹੱਕਾਂ ਦੀ ਮੰਗ ਕਰਦੇ ਨੇ, ਜਦੋਂ ਵੀ ਲੋਕ ਇਕੱਠੇ ਹੁੰਦੇ ਨੇ ਤੇ ਹਕੂਮਤਾਂ ਚਾਹੁੰਦੀਆਂ ਕਿ ਲੋਕ ਇਕੱਠੇ ਨਾ ਹੋਣ, ਹਕੂਮਤਾਂ ਚਾਹੁੰਦੀਆਂ ਕਿ ਲੋਕਾਂ ਨੂੰ ਵੰਡਿਆ ਜਾਵੇ। ਸੋ ਇਸ ਲਈ ਹਕੂਮਤਾਂ ਦੀ ਇੱਕ ਚਾਲ ਹੁੰਦੀ ਹੈ, ਸਾਨੂੰ ਧਰਮਾਂ ਦੇ ਨਾਂ ਤੇ ਨਾ ਵੰਡੋ। ਸਾਡੀ ਰੋਟੀ ਦੀ ਲੜਾਈ ਹੈ, ਸਾਡੀ ਹੋਂਦ ਦੀ ਲੜਾਈ ਹੈ, ਸਾਡੀ ਇਸ ਧਰਤੀ ਦੀ ਲੜਾਈ ਹੈ। ਅਸੀਂ ਇਸ ਧਰਤੀ ਦੀ ਲੜਾਈ ਨੂੰ ਇਕੱਠਿਆਂ ਲੜਨਾ ਹੈ। ਅੱਜ ਦੀ ਸਰਕਾਰ ਸਿਰੇ ਦੀ ਫਨੈਟਿਕ ਆ ਔਰ ਕਾਰਪੋਰੇਟ ਲੌਬੀ ਦੀ ਸਰਕਾਰ ਆ। ਲੋਕਡਾਊਨ ਤੋਂ ਪਹਿਲਾਂ ਸ਼ਹੀਨ ਬਾਗ ਗਾਲਾਂ ਕੱਢਦੇ ਰਹੇ ਔਰਤਾਂ ਨੂੰ, ਐਸੇ ਮੂਰਖ ਬੰਦੇ ਆ, ਬੇਈਮਾਨਾਂ ਦਾ ਗਰੋਹ ਆ, ਫਨੈਟਿਕ ਲੋਕ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਬਰਨ ਕੌਰ ਮਾਨ। ਕਿਸਾਨ ਅੰਦੋਲਨ ਇੱਕ ਅਜਿਹਾ ਅੰਦੋਲਨ ਜੋ ਸ਼ੁਰੂ ਹੋਇਆ ਸੀ ਕਿਸਾਨਾਂ ਦੇ ਨਾਮ ਤੋਂ, ਪਰ ਹੁਣ ਬਣ ਚੁੱਕਿਆ ਹੈ ਜਨ ਅੰਦੋਲਨ, ਇੱਕ ਬੱਚੇ ਦਾ ਅੰਦੋਲਨ। ਹਰ ਕੋਈ ਇਸ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਹੈ। 26 ਤਰੀਕ ਦੀ ਘਟਨਾ ਤੋਂ ਬਾਅਦ ਇੱਕ ਪਲ ਦੇ ਤਾਂ ਇੱਦਾਂ ਲੱਗਾ ਸੀਗਾ ਕਿ ਸ਼ਾਇਦ ਇਹ ਅੰਦੋਲਨ ਬਿਖਰ ਗਿਆ, ਪਰ ਨਹੀਂ, ਇਹ ਅੰਦੋਲਨ ਪਹਿਲਾਂ ਨਾਲੋਂ ਵੀ ਜ਼ਿਆਦਾ ਨਿਖਰ ਗਿਆ। ਹਰ ਜਣੇ ਦੀ ਸ਼ਮੂਲੀਅਤ ਪਹਿਲਾਂ ਨਾਲੋਂ ਵਧੇਰੇ ਵੇਖਣ ਨੂੰ ਮਿਲੀ ਹੈ। ਬਾਰਡਰ ਦੇ ਉੱਤੇ ਅੰਦੋਲਨਕਾਰੀਆਂ ਦੀ ਗਿਣਤੀ ਦੁੱਗਣੀ ਹੋ ਚੁੱਕੀ ਹੈ ਤੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਹਰ ਜਗ੍ਹਾ ਤੇ ਇਹ ਜਿਹੜਾ ਅੰਦੋਲਨ ਹੈ ਪਹਿਲਾਂ ਨਾਲੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ। ਅੱਜ ਵੀ ਅਸੀਂ ਪਹੁੰਚੇ ਹਾਂ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਵਿਖੇ, ਜਿੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਇੱਥੇ ਇੱਕ ਪ੍ਰੋਗਰਾਮ ਉਲੀਕਿਆ ਗਿਆ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਬੱਚੀਆਂ ਨੇ, ਬਜ਼ੁਰਗਾਂ ਨੇ, ਵੱਡਿਆਂ ਨੇ, ਅਧਿਆਪਕਾਂ ਨੇ ਹਿੱਸਾ ਲਿਆ ਹੈ ਔਰ ਇਹਨਾਂ ਦੇ ਜਿਹੜੇ ਵਿਚਾਰ ਹੈ ਸਾਨੂੰ ਉਹ ਵੀ ਦੇਖਣ ਨੂੰ ਮਿਲੇ ਔਰ ਫੇਸ ਪੇਂਟਿੰਗ ਦੇ ਜ਼ਰੀਏ ਵੀ ਇਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਕੀਤੀ ਆਵਾਜ਼ ਬੁਲੰਦ। ਸਾਡੇ ਨਾਲ ਇਸ ਵਕਤ ਗੱਲਬਾਤ ਕਰਨ ਦੇ ਲਈ ਹਨ ਡਾਕਟਰ ਤੇਜਿੰਦਰ। ਡਾਕਟਰ ਤੇਜਿੰਦਰ, ਜਦੋਂ ਵੀ ਕੋਈ ਮਸਲਾ ਖੜਦਾ ਹੈ ਦੇਸ਼ ਦੇ ਵਿੱਚ ਨਾ, ਉਸ ਨੂੰ ਜਲਦੀ ਤੋਂ ਜਲਦੀ ਜਾਤ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰ ਦਿੱਤੀ ਜਾਂਦੀ ਹੈ, ਧਰਮ ਵਿੱਚ ਬਦਲਣ ਦੀ ਕੋਸ਼ਿਸ਼ ਕਰ ਦਿੱਤੀ ਜਾਂਦੀ ਹੈ। ਪੰਜਾਬੀ ਤਾਂ ਪੰਜਾਬੀ ਹੈ, ਕਦੇ ਪੰਜਾਬੀ ਨੂੰ ਨਹੀਂ ਪੁੱਛਿਆ ਜਾਂਦਾ ਕਿ ਉਹ ਹਿੰਦੂ ਹੈ ਜਾਂ ਸਿੱਖ ਹੈ ਜਾਂ ਮੁਸਲਿਮ ਹੈ, ਉਹ ਪੰਜਾਬੀ ਹੈ। ਤੇ ਕਿਸਾਨ ਹੈ, ਉਸ ਨੂੰ ਨਹੀਂ ਪੁੱਛਿਆ ਜਾਂਦਾ ਤੂੰ ਬਿਹਾਰ ਦਾ ਕਿਸਾਨ ਹੈ, ਪੰਜਾਬ ਦਾ ਕਿਸਾਨ ਹੈ। ਤੇ ਜਦੋਂ ਇਹ ਸਭ ਮਸਲੇ ਪੈਦਾ ਹੁੰਦੇ ਨੇ, ਸਰਕਾਰਾਂ ਹਮੇਸ਼ਾ ਹੀ ਇੱਕ ਸਿੱਕਾ ਖੇਡਦੀਆਂ ਨੇ, ਧਰਮ ਦਾ ਸਿੱਕਾ। ਦੇਖੋ ਬੇਟਾ ਜੀ, ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ। ਅਸਲ 'ਚ ਜਦੋਂ ਦੇਸ਼ ਗੁਲਾਮ ਸੀ ਉਦੋਂ ਵੀ ਅੰਗਰੇਜ਼ਾਂ ਨੇ ਸਾਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਧਰਮਾਂ 'ਚ ਵੰਡਿਆ। ਫਿਰ ਜਦੋਂ ਦੇਸ਼ ਆਜ਼ਾਦ ਵੀ ਹੋਇਆ ਉਦੋਂ ਵੀ ਜਿਹੜੇ ਪੰਜਾਬੀ ਨੇ ਉਹ ਧਰਮ ਦੇ ਨਾਂ 'ਤੇ ਵੰਡੇ ਗਏ। ਬੜੇ ਦੁੱਖ ਦੀ ਗੱਲ ਹੈ ਕਿ ਅੱਜ 9 ਕਰੋੜ ਪੰਜਾਬੀ ਜਿਹੜੇ ਨੇ ਉਹ ਪਾਕਿਸਤਾਨ 'ਚ ਰਹਿ ਰਹੇ ਨੇ। ਕਰੀਬ 3 ਕਰੋੜ ਪੰਜਾਬੀ ਇੱਧਰਲੇ ਭਾਰਤ 'ਚ ਨੇ। 2 ਕਰੋੜ ਦੇ ਕਰੀਬ ਪੰਜਾਬੀ ਜਿਹੜੇ ਨੇ ਸੰਸਾਰ ਦੇ ਵੱਖ-ਵੱਖ ਹੋਰ ਹਿੱਸਿਆਂ 'ਚ ਰਹੇ ਨੇ। ਸੋ ਪੰਜਾਬੀਆਂ ਨੂੰ ਇਹਦੀ ਆਫਤ ਜਿਹੜੀ ਹੈ, ਇਹਦੀ ਮਾਰ ਜਿਹੜੀ ਹੈ, ਉਹ ਪਹਿਲਾਂ 47 'ਚ ਝੱਲਣੀ ਪਈ। 47 ਤੋਂ ਬਾਅਦ ਸਾਡੇ 'ਤੇ 84 ਵਾਪਰਿਆ। 84 ਦੇ ਵਿੱਚ ਜੋ ਕੁਝ ਹੋਇਆ, ਹਿੰਦੂ ਸਿੱਖ ਦਾ ਜਿਹੜੀ ਹਕੂਮਤ ਵੱਲੋਂ ਕੀਤੀ ਗਈ ਲੜਾਈ ਹੈ, ਉਹਦੇ ਤਹਿਤ ਸਾਡੇ ਜਜ਼ਬਾਤਾਂ ਨਾਲ ਖੇਡਿਆ ਗਿਆ। ਸੋ 84 ਤੋਂ ਬਾਅਦ ਹੁਣ ਦੁਬਾਰਾ ਜਦੋਂ ਵੀ ਲੋਕ ਆਪਣੇ ਹੱਕਾਂ ਦੀ ਮੰਗ ਕਰਦੇ ਨੇ, ਜਦੋਂ ਵੀ ਲੋਕ ਇਕੱਠੇ ਹੁੰਦੇ ਨੇ ਤੇ ਹਕੂਮਤਾਂ ਚਾਹੁੰਦੀਆਂ ਕਿ ਲੋਕ ਇਕੱਠੇ ਨਾ ਹੋਣ, ਹਕੂਮਤਾਂ ਚਾਹੁੰਦੀਆਂ ਕਿ ਲੋਕਾਂ ਨੂੰ ਵੰਡਿਆ ਜਾਵੇ। ਸੋ ਇਸ ਲਈ ਹਕੂਮਤਾਂ ਦੀ ਇੱਕ ਚਾਲ ਹੁੰਦੀ ਹੈ। ਪਰ ਮੈਨੂੰ ਲੱਗਦਾ ਹੈ ਕਿ ਪੰਜਾਬੀਆਂ ਨੂੰ 47 ਯਾਦ ਰੱਖਣਾ ਚਾਹੀਦਾ ਕਿ ਅਸੀਂ 9 ਕਰੋੜ ਆਪਣੇ ਭੈਣ ਭਰਾ ਜਿਹੜੇ ਨੇ ਉਹ ਉਹਨਾਂ ਤੋਂ ਅੱਜ ਵਾਂਝੇ ਹੋਏ ਬੈਠੇ ਆ। 9 ਕਰੋੜ ਪੰਜਾਬੀ ਨਾ ਤਾਂ ਮੇਰੀ ਲਿਖੀ ਗੱਲ ਨੂੰ ਪੜ੍ਹ ਸਕਦਾ ਹੈ, ਨਾ ਮੇਰੀ ਲਿਖੀ ਗੱਲ ਨੂੰ ਉਹ ਸਮਝ ਸਕਦਾ ਹੈ, ਕਿਉਂਕਿ ਉਹ ਪੰਜਾਬੀ ਬੋਲਦਾ ਪਰ ਉਹ ਲਿਖਦਾ ਜਿਹੜਾ ਆ ਉਹ ਸ਼ਾਹਮੁਖੀ ਦੇ ਵਿੱਚ ਹੈ। ਸੋ ਉਹਨਾਂ ਦਾ ਲਿਖਿਆ ਮੈਂ ਨਹੀਂ ਪੜ੍ਹ ਸਕਦਾ। ਕੇਵਲ ਸਾਡਾ ਜਿਹੜਾ ਸੰਚਾਰ ਹੈ ਉਹ ਇਸ ਆਧੁਨਿਕ ਮੀਡੀਆ ਰਾਹੀਂ ਤਾਂ ਹੋ ਸਕਦਾ ਹੈ। ਸੋ ਪਹਿਲੀ ਵੰਡ ਸਾਡੀ ਜਿਹੜੀ ਹੈ ਉਦੋਂ ਹੋਈ। ਸਾਨੂੰ ਇਹ ਸਮਝਣਾ ਪੈਣਾ ਕਿ ਅਸੀਂ ਆਪਣੀਆਂ ਹੱਕੀ ਮੰਗਾਂ, ਵਾਜਬ ਮੰਗਾਂ ਦੇ ਲਈ ਅਸੀਂ ਇਕਜੁੱਟ ਹੋ ਕੇ ਜੀਣਾ
ਕਿ ਅਸੀਂ ਹਿੰਦੂ ਮੁਸਲਮ ਬਣ ਕੇ ਜਾਣਾ। ਸਾਨੂੰ ਰੋਟੀ ਚਾਹੀਦੀ ਹੈ, ਪੰਜਾਬ ਦੇ ਹਿੰਦੂ ਨੂੰ ਵੀ ਚਾਹੀਦੀ ਹੈ, ਪੰਜਾਬ ਦੇ ਸਿੱਖ ਨੂੰ ਵੀ ਚਾਹੀਦੀ ਹੈ, ਮੁਸਲਮਾਨ ਨੂੰ ਵੀ ਚਾਹੀਦੀ ਹੈ। ਸੋ ਇਹ ਜਿਹੜੀ ਰੋਟੀ ਦੀ ਲੜਾਈ ਹੈ ਬੇਸਿਕ ਸਾਡੀ ਹੋਂਦ ਦੀ ਲੜਾਈ ਹੈ। ਅਤੇ ਸਰਕਾਰ ਇਹ ਚਾਹੁੰਦੀ ਹੈ ਸਾਰੇ ਵਸੀਲੇ ਲੁੱਟ ਕੇ ਜਿਹੜੇ ਆ ਉਹ ਅੰਬਾਨੀਆਂ ਅਤੇ ਅਡਾਨੀਆਂ ਅਤੇ ਹੋਰ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਦੇ ਦਿੱਤੇ ਜਾਣ। ਸੋ ਧੀਏ ਰਾਣੀਏ, ਇੱਕ ਬੰਨੇ ਐਡੇ ਵੱਡੇ ਚੈਲੰਜ ਨੇ, ਦੂਸਰੇ ਬੰਨੇ ਐਡਾ ਵੱਡਾ ਸਾਡੇ ਲਈ ਇੱਕ ਦਾਇਰਾ ਖੜਾ ਕਰਤਾ। ਸਾਨੂੰ ਇਹ ਰਿਲਾਈਜ਼ ਕਰਾਇਆ ਜਾ ਰਿਹਾ ਕਿ ਤੁਸੀਂ ਹਿੰਦੂ ਹੋ, ਉਹ ਸਿੱਖ ਹੈ, ਅਸੀਂ ਪੰਜਾਬੀ ਹਾਂ, ਉਹ ਹਰਿਆਣਾ ਹੈ, ਉਹ ਯੂਪੀ ਹੈ, ਉਹ ਰਾਜਸਥਾਨ ਹੈ। ਸਾਨੂੰ ਇਹ ਰਿਲਾਈਜ਼ ਕਰਾਇਆ ਜਾ ਰਿਹਾ। ਸੋ ਜਦ ਕਿ ਜੋ ਬਣਦਾ ਹੈ ਕਿ ਅਸੀਂ ਇਨਸਾਨ ਆ, ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਪੰਜਾਬੀ ਲੋਕ ਹੈ, ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਇਹ ਬਾਬੇ ਨਾਨਕ ਦੇ ਵਾਰਸ ਹਾਂ, ਅਸੀਂ ਉਹਦੀ ਅਗਲੇਰੀ ਪੀੜ੍ਹੀ ਆ। ਸੋ ਅਸੀਂ ਜਾਤਾਂ ਦੇ ਨਾਂ 'ਤੇ ਨਹੀਂ ਵੰਡਿਆ ਜਾਣਾ, ਸਾਨੂੰ ਧਰਮਾਂ ਦੇ ਨਾਂ 'ਤੇ ਨਾ ਵੰਡੋ। ਸਾਡੀ ਰੋਟੀ ਦੀ ਲੜਾਈ ਹੈ, ਸਾਡੀ ਹੋਂਦ ਦੀ ਲੜਾਈ ਹੈ, ਸਾਡੀ ਇਸ ਧਰਤੀ ਦੀ ਲੜਾਈ ਹੈ। ਅਸੀਂ ਇਸ ਧਰਤੀ ਦੀ ਲੜਾਈ ਨੂੰ ਇਕੱਠਿਆਂ ਲੜਨਾ ਹੈ, ਇਕੱਠਿਆਂ ਲੈਣਾ ਹੈ। ਜੇ ਮਰਾਂਗੇ ਤੇ ਇਕੱਠੇ ਮਰਾਂਗੇ, ਜੇ ਜੀਵਾਂਗੇ ਤੇ ਇਕੱਠੇ ਜੀਵਾਂਗੇ। ਸਾਡੇ ਜੀਣ ਮਰਨ ਦੀ ਲੜਾਈ ਹੈ। ਸਾਨੂੰ ਸਾਡੀਆਂ ਕਬਰਾਂ ਨਾ ਵੰਡੋ, ਸਾਡੀਆਂ ਮੜੀਆਂ ਨਾ ਵੰਡੋ। ਸਾਡੇ ਭਵਿੱਖ ਨੂੰ ਤੁਸੀਂ ਤਾਰ ਕਰਨਾ ਚਾਹੁੰਦੇ ਹੋ, ਇਸ ਲਈ ਸਾਨੂੰ ਵੰਡਣਾ ਚਾਹੁੰਦੇ ਹੋ। ਸੋ ਮੈਂ ਇੱਥੇ ਅਪੀਲ ਕਰਨੀ ਚਾਹੁੰਦਾ ਤੁਹਾਡੇ ਚੈਨਲ ਦੇ ਰਾਹੀਂ ਵੀ ਭਾਈ ਅਸੀਂ ਇਨਸਾਨ ਹੈ, ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਇਨਸਾਨ ਹੈ। ਅਸੀਂ ਹਿੰਦੂ ਮੁਸਲਿਮ, ਅਸੀਂ ਵੱਖ-ਵੱਖ ਧਾਰਮਿਕ ਗ੍ਰੰਥਾਂ ਦੀ ਪੂਜਾ ਕਰਦੇ ਹਾਂ, ਉਹਨਾਂ ਨੂੰ ਮੰਨਦੇ ਹਾਂ, ਅਸੀਂ ਮੰਨਣ ਦੀ ਆਜ਼ਾਦੀ ਦਿੰਦੇ ਹਾਂ, ਪਰ ਅਸੀਂ ਇਨਸਾਨ ਹਾਂ। ਸਾਨੂੰ ਰੋਟੀ ਚਾਹੀਦੀ ਆ। ਸਾਡੇ ਕੋਲ ਸਾਡੇ ਸਕੂਲ ਨਾ ਖੋਵੋ, ਸਾਡੇ ਕੋਲ ਸਾਡੇ ਕਾਲਜ ਨਾ ਖੋਵੋ, ਸਾਡੇ ਕੋਲ ਸਾਡੇ ਹਸਪਤਾਲ ਨਾ ਖੋਵੋ, ਸਾਡੇ ਕੋਲ ਸਾਡੀਆਂ ਸੜਕਾਂ ਨਾ ਖੋਵੋ, ਸਾਡੇ ਏਅਰਪੋਰਟ ਨਾ ਖੋਵੋ, ਸਾਡੇ ਖਣਿਜ ਪਦਾਰਥ ਨਾ ਖੋਵੋ, ਸਾਡੇ ਕੋਲ ਰੋਟੀ ਨਾ ਖੋਵੋ। ਸੋ ਇਹ ਗੱਲ ਕਰਨੀ। ਖਾਲਸਾਈ ਨਿਸ਼ਾਨ ਹੈ ਜਿਹੜਾ ਉਸਨੂੰ ਖਾਲਿਸਤਾਨੀ ਬਣਾ ਦੇਣਾ, ਜਦਕਿ ਖਾਲਸਾਈ ਨਿਸ਼ਾਨ ਦਾ ਬਾਰਡਰ ਤੇ ਵੀ ਝੂਲਦਾ ਹੈ। ਦੇਖੋ ਜੀ, ਇਹ ਗੱਲ ਪਹਿਲਾਂ ਤੌਰ ਤੇ ਨਿਰਧਾਰਤ ਸੀਗੀ ਕਿ ਇੱਕ ਸਕ੍ਰਿਪਟ ਸੀ, ਜਿਸ ਸਕ੍ਰਿਪਟ ਦੇ ਤਹਿਤ ਕੁਝ ਲੋਕਾਂ ਨੂੰ ਜਿਹੜਾ ਜਜ਼ਬਾਤੀ ਕਰਕੇ ਸਰਕਾਰ ਨੇ ਲਾਲ ਕਿਲ੍ਹੇ ਵੱਲ ਮੋੜਿਆ। ਲਾਲ ਕਿਲ੍ਹੇ 'ਤੇ ਜਿਹੜਾ ਖਾਲਸਾਈ ਨਿਸ਼ਾਨ ਹੈ, ਜਿਹਨੂੰ ਅਸੀਂ ਨਿਸ਼ਾਨ ਸਾਹਿਬ ਕਹਿੰਦੇ ਹਾਂ, ਜਿਹੜਾ ਸਾਡੇ ਮਨ ਮਸਤਕ 'ਚ ਵੱਸਦਾ ਹੈ, ਜਿਹੜਾ ਗੁਰਦੁਆਰਾ ਸਾਹਿਬ ਦੀ ਇੱਕ ਨਿਸ਼ਾਨੀ ਹੈ, ਜਿਹੜਾ ਉੱਚੇ ਥਾਂ 'ਤੇ ਲਾਇਆ ਜਾਂਦਾ, ਜਿਹੜਾ ਸਭ ਤੋਂ ਉੱਚਾ ਝੂਲਦਾ ਹੈ, ਜਿਹਦਾ ਮਤਲਬ ਹੈ ਕਿ ਕੋਈ ਵੀ ਜਿਹੜਾ ਨਿਰਾਸਰਾ ਆ ਉਹ ਦੇਖੇ ਕਿ ਇੱਥੇ ਆਸਰਾ ਮਿਲ ਸਕਦਾ ਹੈ, ਇੱਥੇ ਰੋਟੀ ਮਿਲ ਸਕਦੀ ਹੈ, ਇੱਥੇ ਠਾਰ ਮਿਲ ਸਕਦੀ ਹੈ, ਇੱਥੇ ਸਹਾਇਤਾ ਹੋ ਸਕਦੀ ਹੈ। ਸੋ ਇਹ ਨਿਸ਼ਾਨ ਜਿਹੜਾ ਹੈ ਇਹ ਸਿੱਖ ਪੰਥ ਦਾ ਇੱਕ ਸ਼ਰਧਾ ਦਾ ਨਿਸ਼ਾਨ ਹੈ। ਸੋ ਸਾਨੂੰ ਇਹ ਲੱਗਦਾ ਹੈ ਕਿ ਇਸ ਨਿਸ਼ਾਨ ਸਾਹਿਬ ਨੂੰ ਜਿਹਨੂੰ ਅਸੀਂ ਦੇਖਣਾ ਨਹੀਂ ਕਹਿੰਦੇ, ਜਿਹਦੇ ਬਾਰੇ ਅਸੀਂ ਵਰਤਦੇ ਹਾਂ ਲਫ਼ਜ਼ ਕਿ ਅਸੀਂ ਇਹਦੇ ਦਰਸ਼ਨ ਕਰਦੇ ਹਾਂ। ਸੋ ਜਦੋਂ ਅਸੀਂ ਦਰਸ਼ਨ ਕਰਦੇ ਹਾਂ ਤਾਂ ਸਾਡਾ ਮਨ ਮਸਤਕ ਜਿਹੜਾ ਆ ਉਹ ਨਿਮਨ ਹੁੰਦਾ ਹੈ, ਝੁਕ ਜਾਂਦਾ ਹੈ। ਜਦੋਂ ਅਸੀਂ ਤਿਰੰਗੇ ਨੂੰ ਝੂਲਦਾ ਦੇਖਦੇ ਹਾਂ ਤਾਂ ਅਸੀਂ ਮਾਣ ਨਾਲ ਤਣ ਜਾਂਦੇ ਹਾਂ, ਸਾਡਾ ਸਿਰ ਸਲਾਮੀ ਲਈ ਖੜ ਜਾਂਦਾ ਹੈ। ਸੋ ਸਾਨੂੰ ਤਿਰੰਗੇ ਦੇ ਨਾਲ ਨਿਸ਼ਾਨ ਸਾਹਿਬ ਦੀ ਅਹਿਮੀਅਤ ਦਾ ਪਤਾ ਹੈ। ਅਸਲ ਵਿੱਚ ਹਕੂਮਤ ਦੀ ਸਕ੍ਰਿਪਟ ਇਹ ਚਾਹੁੰਦੀ ਸੀ ਕਿ ਪੰਜਾਬ ਦਾ ਸਿੱਖ ਉਸ ਨਿਸ਼ਾਨ ਸਾਹਿਬ 'ਤੇ ਸਕ੍ਰਿਪਟਡ ਲੜਾਈ 'ਚ ਉਲਝ ਕੇ ਰਹਿ ਜਾਵੇ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਅੰਗ ਪਾੜ ਕੇ ਖਿਲਾਰੇ ਗਏ ਤਾਂ ਉਦੋਂ ਵੀ ਕਿਸਾਨ ਪੰਜਾਬ 'ਚ ਅੰਦੋਲਨ ਕਰ ਰਹੇ ਸੀ। ਉਸ ਵੇਲੇ ਉਹ ਸਾਰਾ ਅੰਦੋਲਨ ਜਦੋਂ ਸਾਡੇ ਜਿਹੜੇ ਗੁਰੂ ਗ੍ਰੰਥ ਸਾਹਿਬ ਹੈ, ਸਾਡੇ ਪਵਿੱਤਰ ਗ੍ਰੰਥ ਸਾਹਿਬ ਦੇ ਜਦੋਂ ਅੰਗ ਤੁਸੀਂ ਪਾੜ ਕੇ ਸੜਕਾਂ 'ਤੇ ਖਿਲਾਰੋਗੇ ਤਾਂ ਲੋਕ ਜਜ਼ਬਾਤੀ ਹੋਏ ਉਸ ਲੜਾਈ ਨੂੰ ਲੜਨਗੇ। ਸੋ ਲੋਕਾਂ ਨੇ ਇੱਕ ਕਿਸਾਨੀ ਦੀ ਲੜਾਈ ਉਦੋਂ ਛੱਡੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੈ ਉਹਦੇ 'ਚ ਉਹ ਉਲਝ ਕੇ ਰਹਿ ਗਏ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਵੀ ਹਕੂਮਤ ਜਿਹੜੀ ਹੈ ਉਹ ਉਸੇ ਉਲਝਾਓ 'ਚ ਲਿਆਉਣਾ ਚਾਹੁੰਦੀ ਸੀ। ਸੋ ਮਾਣ ਹੈ ਮੈਨੂੰ ਪੰਜਾਬੀਆਂ 'ਤੇ ਜਿਨ੍ਹਾਂ ਨੇ ਇਸ ਗੱਲ ਨੂੰ ਜਿਹੜਾ ਹੈ ਉਹ ਦਰਕਿਨਾਰ ਕਰ ਦਿੱਤਾ ਹੈ ਅਤੇ ਅੱਜ ਜਿਹੜੇ ਪੰਜਾਬੀ ਨੇ ਉਹ ਨਿਸ਼ਾਨ ਸਾਹਿਬ ਦੀ ਅਹਿਮੀਅਤ ਦੇ ਨਾਲ ਤਿਰੰਗੇ ਦਾ ਸਨਮਾਨ ਕਰਦੇ ਹੋਏ, ਤਿਰੰਗੇ ਨੂੰ ਸਲਾਮ ਕਰਦੇ ਹੋਏ ਇੱਕ ਵੱਡੀ ਜਿਹੜੀ ਆ ਲੜਾਈ ਜਿਹੜੀ ਆ ਉਹ ਲੜ ਰਹੇ ਆ। ਕੁਝ ਫੋਟੋਜ਼ ਸਾਹਮਣੇ ਆ ਰਹੀਆਂ ਨੇ, ਵੀਡੀਓਜ਼ ਵੀ ਸੋਸ਼ਲ ਸਾਈਟਸ ਦੇ ਉੱਤੇ, ਜਿੱਥੇ ਭਾਜਪਾ ਵਰਕਰਾਂ ਵੱਲੋਂ ਭਾਜਪਾ ਦੇ ਝੰਡੇ ਨੂੰ ਉੱਤੇ ਰੱਖਿਆ ਗਿਆ ਤੇ ਤਿਰੰਗੇ ਨੂੰ ਨੀਚੇ। ਦੇਖੋ ਜੀ, ਕਾਨਪੁਰ ਜਿਹੜਾ RSS ਦਾ ਦਫ਼ਤਰ ਸੀ ਉੱਥੇ ਪਿਛਲੇ 10 ਸਾਲ ਤੋਂ ਪਹਿਲਾਂ ਤੱਕ ਕਦੀ ਤਿਰੰਗਾ ਝੁਲਾਇਆ ਹੀ ਨਹੀਂ ਗਿਆ। ਇੱਕ BJP ਦਾ ਮੁੱਖ ਮੰਤਰੀ ਤਿਰੰਗੇ ਦੀ ਬਜਾਏ ਜਿਹੜਾ BJP ਦਾ ਝੰਡਾ ਹੈ ਉਹਨੂੰ ਸਲਾਮੀ ਦਿੰਦਾ ਹੈ। ਮੈਂ ਕਹਿੰਦਾ ਕਿਸੇ ਦਾ ਕੋਈ ਝੰਡਾ ਹੋ ਸਕਦਾ ਹੈ,
ਮੇਰੇ ਲਈ ਅੱਜ ਪੰਜਾਬੀਆਂ ਲਈ ਅੱਜ ਜਿਹੜਾ ਕਿਸਾਨੀ ਦਾ ਝੰਡਾ ਅਹਿਮੀਅਤ ਰੱਖਦਾ ਹੈ। ਅੱਜ ਇੱਕ ਪੰਜਾਬ ਦਾ ਗੱਭਰੂ ਜਦੋਂ ਵਿਆਹ ਕਰਾਉਣ ਨੂੰ ਜਾਂਦਾ ਹੈ ਉਹ ਕਿਸਾਨੀ ਝੰਡਾ ਲੈ ਕੇ ਜਾਂਦਾ ਹੈ। ਅੱਗਿਓਂ ਜਿਹੜੀ ਧੀ ਹੈ ਜਿਹਦਾ ਵਿਆਹ ਹੋਣਾ ਹੈ ਉਹ ਕਿਸਾਨੀ ਝੰਡਾ ਲੈ ਕੇ ਉਹਨੂੰ ਵੈਲਕਮ ਕਰਦੀ ਹੈ। ਸੋ 31 ਕਿਸਾਨ ਜਥੇਬੰਦੀਆਂ ਦਾ ਝੰਡਾ ਅੱਜ ਸਾਡੀਆਂ ਕਾਰਾਂ ਤੇ ਸਾਡੇ ਸਕੂਟਰਾਂ ਮੋਟਰਸਾਈਕਲਾਂ ਕੋਠੀਆਂ ਘਰਾਂ ਮਕਾਨਾਂ ਤੇ ਝੂਰ ਰਿਹਾ। ਸੋ ਮੈਨੂੰ ਲੱਗਦਾ ਹੈ ਕਿ ਹਰ ਇੱਕ ਦੇ ਆਪਣੇ ਆਪਣੇ ਝੰਡੇ ਦੇ ਮਾਇਨੇ ਹੁੰਦੇ ਨੇ। ਸੋ ਹਕੂਮਤ ਸਾਨੂੰ ਇਹ ਨਾ ਦੱਸੇ ਕਿ ਤਿਰੰਗੇ ਦੇ ਕੀ ਮਾਇਨੇ ਨੇ, ਨਿਸ਼ਾਨ ਸਾਹਿਬ ਦੇ ਕੀ ਮਾਇਨੇ ਨੇ, ਕਿਸਾਨੀ ਝੰਡੇ ਦੇ ਕੀ ਮਾਇਨੇ ਨੇ, ਪਾਰਟੀਆਂ ਦੇ ਕੀ ਮਾਇਨੇ ਨੇ, ਸਾਨੂੰ ਨਾ ਵੰਡੇ। ਅਸੀਂ ਤਿਰੰਗੇ ਦੇ ਮਾਣ ਸਨਮਾਨ ਦੇ ਖਿਲਾਫ, ਮੈਂ ਕਹਿੰਦਾ ਭਾਵੇਂ ਲੋਕਾਂ ਨੂੰ ਜਜ਼ਬਾਤੀ ਕਰਕੇ ਖੜਿਆ ਗਿਆ ਪਰ ਕੋਈ ਵੀ ਤਿਰੰਗੇ ਦਾ ਅਪਮਾਨ ਨਹੀਂ ਹੋਇਆ। ਉਹ ਤਿਰੰਗੇ ਵਾਲੀ ਜਗ੍ਹਾ ਤੇ ਨਹੀਂ ਗਏ, ਭਾਵੇਂ ਗੋਦੀ ਮੀਡੀਆ ਨੇ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਹਾਂ, ਨਿਸ਼ਾਨ ਸਾਹਿਬ ਚਲਾਇਆ ਗਿਆ, ਨਾਲ ਕਿਸਾਨੀ ਝੰਡਾ ਚਲਾਇਆ ਗਿਆ। ਤੇ ਮੈਂ ਇਹ ਸਮਝਦਾ ਵਾਂ ਜਿਹੜਾ ਤੁਸੀਂ ਲਾਲ ਕਿਲ੍ਹਾ ਜਿਹਦੀ ਤੁਸੀਂ ਸੰਭਾਲ ਨਹੀਂ ਕਰ ਸਕਦੇ, ਜਿਹੜਾ ਤੁਸੀਂ ਬਹੁਰਾਸ਼ਟਰੀ ਕੰਪਨੀਆਂ ਨੂੰ ਸੰਭਾਲਣ ਦੇ ਨਾਂ ਤੇ ਦੇ ਦਿੱਤਾ, ਉਹਦੇ ਉੱਤੇ ਉਹਨਾਂ ਲੋਕਾਂ ਦਾ ਨਿਸ਼ਾਨ ਸਾਹਿਬ ਝੁੱਲ ਜਾਵੇ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਵਾਉਣ ਲਈ 90% ਕੁਰਬਾਨੀਆਂ ਦਿੱਤੀਆਂ, ਸ਼ਹਾਦਤਾਂ ਦਿੱਤੀਆਂ, ਕਾਲੇ ਪਾਣੀ ਦੀਆਂ ਜੇਲ੍ਹਾਂ ਕੱਟੀਆਂ। ਉਹ ਕੋਈ ਪਾਪ ਨਹੀਂ ਕਰ ਦਿੱਤਾ। ਜੇ ਤੁਸੀਂ ਨਹੀਂ ਸਾਂਭ ਸਕਦੇ ਉਹ ਸਾਨੂੰ ਪੰਜਾਬੀਆਂ ਨੂੰ ਦੇ ਦਿਓ, ਅਸੀਂ ਲਾਲ ਕਿਲ੍ਹਾ ਸਾਂਭ ਲਾਂਗੇ। ਸਾਨੂੰ ਲਾਲ ਕਿਲ੍ਹੇ ਦੀ ਸਾਂਭ ਸੰਭਾਲ ਕਰਨੀ ਆਉਂਦੀ ਹੈ। ਇਹ ਜਿਹੜੀ ਇਮਾਰਤ ਹੈ ਅੱਜ ਉਹ ਸਾਡੇ ਜੇ ਹਿੰਦੁਸਤਾਨ ਦੇ ਗੌਰਵ ਦੀ ਨਿਸ਼ਾਨੀ ਹੈ ਤਾਂ ਉਹਨੂੰ ਗਿਰਵੀ ਕਿਉਂ ਰੱਖ ਦਿੱਤਾ? ਤੁਸੀਂ ਆਪਣੇ ਗੌਰਵ ਦੀ ਨਿਸ਼ਾਨੀ ਗਿਰਵੀ ਰੱਖ ਦਿੱਤੀ। ਤੁਸੀਂ ਪੰਜਾਬ ਨੂੰ ਕਹਿ ਦਿੰਦੇ ਕਿ ਸਾਡੇ ਕੋਲ ਇੱਥੇ ਝਾੜੂ ਨਹੀਂ ਫੇਰਿਆ ਜਾਂਦਾ, ਪੰਜਾਬੀਓ ਆ ਜਾਓ ਇਹਨੂੰ ਸਾਂਭ ਦਿਓ, ਤਾਂ ਅਸੀਂ ਤਿਰੰਗੇ ਦੇ ਸਨਮਾਨ ਦੇ ਵਿੱਚ ਹੀ ਉਹਨੂੰ ਸਾਂਭ ਸਕਦੇ ਸੀ। ਪੰਜਾਬੀ ਸਾਂਭਣਾ ਜਾਣਦੇ ਨੇ। ਸੋ ਮੈਨੂੰ ਇਹ ਲੱਗਦਾ ਕਿ ਤੁਸੀਂ ਜਦੋਂ ਬਹੁਰਾਸ਼ਟਰੀ ਕੰਪਨੀਆਂ ਨੂੰ ਸਾਡੇ ਇਹ ਸਾਧਨ ਵੇਚਣਾ ਚਾਹੁੰਦੇ ਹੋ ਨਾ, ਤੇ ਉਦੋਂ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੀਆਂ ਚੀਜ਼ਾਂ ਦਾ ਮੁੱਲ ਘਟਦਾ, ਤੁਹਾਡੀ ਦਲਾਲੀ ਮਰਦੀ ਹੈ। ਸੋ ਦਲਾਲ ਮਾਨਸਿਕਤਾ ਜਿਹੜੀ ਹੈ ਉਹ ਕਹਿੰਦੀ ਹੈ ਕਿ ਰੇਲਵੇ ਨਾ ਰੋਕੋ, ਦਲਾਲ ਮਾਨਸਿਕਤਾ ਕਹਿੰਦੀ ਹੈ ਕਿ ਸੜਕਾਂ ਤੇ ਜਾਮ ਨਾ ਲਾਓ। ਪਰ ਇਹ ਕਿੱਥੇ ਲਿਖਿਆ ਕਿ ਸੜਕਾਂ ਤੇ ਤੁਸੀਂ ਕਿੱਲ ਲਾ ਦਿਓ? ਇਹ ਕਿਹੜੀ ਕਿਤਾਬ 'ਚ ਲਿਖਿਆ ਕਿ ਤੁਸੀਂ ਅੰਦੋਲਨ ਨੂੰ, ਸ਼ਾਂਤਮਈ ਅੰਦੋਲਨ ਨੂੰ ਜਿਹੜਾ ਰੋਕਣ ਲਈ ਤੁਸੀਂ ਸੜਕਾਂ ਪੁੱਟ ਦਿਓ? ਸੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਸਰਕਾਰੀ ਪ੍ਰਾਪਰਟੀ ਦਾ ਅਪਮਾਨ ਕੀਤਾ, ਤੁਸੀਂ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕੀਤਾ। ਇਹ ਭਾਵੇਂ ਤੁਹਾਡਾ ਗੋਦੀ ਮੀਡੀਆ ਜਿਹੜਾ ਉਹਨੂੰ ਉਸ ਰੂਪ 'ਚ ਨਹੀਂ ਦਿਖਾਉਂਦਾ, ਪਰੰਤੂ ਹਿੰਦੁਸਤਾਨ ਦੇ ਲੋਕ ਇਸ ਤੁਹਾਡੇ ਇਹਨਾਂ ਚੈਨਲਾਂ ਦੇ ਰਾਹੀਂ ਜਿਹੜੇ ਨੇ ਤੁਹਾਡੇ ਰਿਣੀ ਨੇ, ਜਿਹੜੇ ਤੁਸੀਂ ਲੋਕਾਂ ਨੂੰ ਸੱਚ ਪਹੁੰਚਾ ਰਹੇ ਹੋ, ਸੱਚ ਦਿਖਾ ਰਹੇ ਹੋ। ਹੁਣ ਬਹੁਤ ਜਲਦੀ ਲੋਕ ਜਿਹੜੇ ਨੇ ਉਹ ਜਾਗ ਪਏ ਨੇ। ਹੁਣ ਜਦੋਂ ਜਾਗੇ ਹੋਏ ਲੋਕ ਨੇ ਸੋ ਉਹਨਾਂ ਨੂੰ ਪਤਾ ਹੈ ਕਿ ਅਸੀਂ ਧਰਮ ਦੇ ਨਾਂ 'ਤੇ ਨਹੀਂ ਲੜਨਾ, ਅਸੀਂ ਆਪਣੀ ਹੱਕੀ ਮੰਗਾਂ ਲਈ ਇਕੱਠੇ ਹੋ ਕੇ ਰਹਿਣਾ ਹੈ ਤੇ ਇਕੱਠੇ ਹੋ ਕੇ ਲੜਨਾ ਹੈ। ਬਿਲਕੁਲ, ਤਿਰੰਗੇ ਦਾ ਪੰਜਾਬੀਆਂ ਨੂੰ ਮਹੱਤਵ ਹੈ ਜਿਹੜਾ ਚੰਗੀ ਤਰ੍ਹਾਂ ਪਤਾ ਹੈ। ਤਿਰੰਗੇ ਨੂੰ ਅਸੀਂ ਸਜਦਾ ਕਰਦੇ ਹਾਂ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਪੁੱਤ ਬਾਰਡਰਾਂ ਤੋਂ ਸ਼ਹੀਦ ਹੋ ਕੇ ਤਿਰੰਗੇ 'ਚ ਹੀ ਲਿਪਟ ਕੇ ਵਾਪਸ ਆਉਂਦੇ ਨੇ। ਇਸ ਵਕਤ ਸਾਡੇ ਨਾਲ ਮੌਜੂਦ ਹਨ ਧਰਮਿੰਦਰ ਸਿੰਘ। ਇਸ ਕਿਸਾਨੀ ਅੰਦੋਲਨ ਨੇ ਬਹੁਤ ਸਾਰੇ ਚਿਹਰੇ ਸਾਡੇ ਸਾਹਮਣੇ ਲੈ ਕੇ ਆਂਦੇ ਤੇ ਉਹਨਾਂ ਦੇ ਵਿੱਚੋਂ ਇੱਕ ਚਿਹਰਾ ਹੈ ਧਰਮਿੰਦਰ ਸਿੰਘ ਹੋਣਾ ਦਾ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ। ਇੱਕ ਸਿੱਧੀ ਜੀ ਗੱਲ ਹੈ, ਸਾਰਿਆਂ ਦੇ ਦਿਲ 'ਚ ਇੱਕੋ ਹੀ ਸਵਾਲ ਆਉਂਦਾ ਹੈ ਜਿਹੜਾ ਸਭ ਤੋਂ ਜ਼ਰੂਰੀ ਵੀ ਹੈ ਕਿ ਮਸਲਾ ਹੱਲ ਹੋ ਜਾਊਗਾ ਨਾ? ਸ਼ਾਇਦ ਇਹ ਸਵਾਲ ਸਾਡੇ ਮਨ ਦੇ ਵਿੱਚ ਵੀ ਸੀਗਾ ਜਦੋਂ ਜੂਨ ਦੇ ਵਿੱਚ ਇਹ ਆਏ ਹੈ ਤੇ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ ਦੇ ਵਿੱਚ ਗਏ ਸੀ। ਪਹਿਲੇ ਸਵਾਲ ਇਹ ਸੀ ਵੀ ਇਹ ਬੜਾ ਵੱਡਾ ਇੱਕ ਹਮਲਾ ਆਇਆ ਹੈ ਕਿਸਾਨੀ ਦੇ ਉੱਪਰ, ਕਿਸਾਨੀ ਤੋਂ ਅੱਗੇ ਜਿਹੜਾ ਸਧਾਰਨ ਲੋਕਾਂ ਦੇ ਉੱਪਰ। ਤੇ ਜਦੋਂ ਇਹ ਕਹਿ ਕੇ ਤਾਂ ਅਸੀਂ ਸੋਚ ਲਿਆ ਵੀ ਹੁਣ ਲੜਾਂਗੇ। ਤੇ ਜਿੱਲੇ ਹੁਣ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਇਹ ਰੱਦ ਹੋਣਗੇ ਵੀ, ਪਰ ਜਿੰਨੇ ਅਸੀਂ ਲੋਕ ਜਿੰਨੀ ਵੱਡੀ ਗਿਣਤੀ ਦੇ ਵਿੱਚ ਆ ਗਏ ਇਹ ਤਾਂ ਸ਼ਾਇਦ ਅਸੀਂ ਵੀ ਨਹੀਂ ਸੋਚਿਆ ਸੀ। ਤੇ ਜੇ ਇੰਨੀ ਵੱਡੀ ਗਿਣਤੀ 'ਚ ਲੋਕ ਆ ਕੇ ਪਿਛਲੇ 72 ਦਿਨਾਂ ਦੇ ਵਿੱਚ ਦਿੱਲੀ ਵੀ ਬੈਠੇ ਹੈ, 4 ਮਹੀਨਿਆਂ ਤੋਂ ਟੋਲ ਪਲਾਜ਼ੇ ਮੋਲਾਂ ਦੇ ਬਾਹਰ ਵੀ ਬੈਠੇ ਹੋਏ ਆ, ਜੇ ਇਹ ਸੰਭਵ ਹੋ ਸਕਦਾ ਤੇ ਰੱਦ ਹੋਣਾ ਤਾਂ ਬੜੀ ਛੋਟੀ ਜੀ ਗੱਲ ਹੈ। ਮਤਲਬ ਲੋਕਾਂ ਵੱਲੋਂ ਤਾਂ ਚਲੋ ਇਹ ਹੈ ਨਾ, ਆਮ ਜਨਤਾ ਵੱਲੋਂ ਤਾਂ ਇਹ ਸਿੱਧੀ ਤੇ ਸਾਫ਼ ਗੱਲ ਹੈ ਕਿ ਅਸੀਂ ਤਾਂ ਰੱਦ ਕਰਾ ਕੇ ਹੀ ਜਾਣਾ। ਮੈਂ ਇੱਥੇ ਗੱਲ ਕਰ ਰਹੀ ਹਾਂ ਨਰਿੰਦਰ ਮੋਦੀ ਹੋਣਾ ਦੀ ਮਾਨਸਿਕਤਾ ਦੀ। ਮਾਨਸਿਕਤਾ ਤਾਂ ਸਾਫ਼ ਜ਼ਾਹਰ ਹੈ। ਪਿਛਲੇ 6 ਸਾਲਾਂ ਤੋਂ ਜਿੱਦਾਂ ਇਹ ਸਰਕਾਰ ਨੇ ਹਮਲਾ ਕੀਤਾ ਪਹਿਲਾਂ ਘੱਟ ਗਿਣਤੀਆਂ ਦੇ ਉੱਪਰ, ਦਲਿਤਾਂ ਤੇ ਔਰਤਾਂ ਤੇ ਖਾਸ ਕਰ, ਜਿੱਦਾਂ ਹਾਥਰਸ ਦੇ ਵਿੱਚ ਹੋਇਆ ਹੈ, ਕਠੂਏ ਦੇ ਵਿੱਚ, JNK ਦੇ ਵਿੱਚ ਹੋਇਆ ਹੈ, ਮੁਸਲਮਾਨਾਂ ਦੇ ਉੱਪਰ ਫਰਵਰੀ 2020 ਦੇ ਵਿੱਚ ਭਜਨਪੁਰਾ ਦਿੱਲੀ ਦੇ ਵਿੱਚ ਜਿਹੜੇ ਹੋਇਆ ਹੈ। ਇਹ ਤਾਂ ਉਹਦੀ ਮਾਨਸਿਕਤਾ ਤਾਂ ਪਹਿਲਾਂ ਹੀ ਲੋਕਾਂ ਦੇ ਉੱਪਰ ਵਾਰ ਕਰਨ ਦੀ ਰਹੀ ਹੈ।
ਤੇ ਜਿਹੜੀ ਧਿਰ ਦੇ ਨਾਲ ਇਹ ਖੜੀ ਹੈ, ਕਿਉਂਕਿ ਜਿਹੜੀ ਧਿਰ ਇਹਨੂੰ ਲੈ ਕੇ ਆਈ ਹੈ ਸਰਮਾਏਦਾਰ ਲੋਬੀ, ਉਹ ਹੁਣ ਉਹਦੇ ਹੱਕ ਦੇ ਵਿੱਚ ਤਾਂ ਉਹਨੂੰ ਬੋਲਣਾ ਹੀ ਹੈ, ਉਹਦੇ ਹੱਕ ਦੇ ਵਿੱਚ ਤਾਂ ਉਹਨੂੰ ਲੈ ਕੇ ਚੀਜ਼ਾਂ ਆਣੀਆਂ, ਉਹਦੇ ਵਿੱਚੋਂ ਹੀ ਇਹ ਕਾਨੂੰਨ ਲੈ ਕੇ ਆਏ ਹੈ। ਗੱਲ ਇਕੱਲੀ ਜਿੱਥੇ ਤੱਕ ਤੁਸੀਂ ਫਾਰਮ ਬਿੱਲਾਂ ਦੀ ਗੱਲ ਕਰਦੇ ਹੋ, ਇਹ ਕਾਨੂੰਨਾਂ ਦੀ ਗੱਲ ਕਰਦੇ ਹੋ, ਇਕੱਲੇ ਇਹ ਵੀ ਨਹੀਂ, ਇਹਦੀ ਆੜ ਦੇ ਵਿੱਚ 23 ਲੇਬਰ ਲਾਅ ਵੀ ਇਹਨਾਂ ਨੇ ਪਾਸ ਕੀਤੇ ਜਿਹੜੇ ਕਾਲੇ ਆ, ਸਾਨੂੰ ਉਹ ਵੀ ਜਾਪਦੇ ਹੈ। ਐਜੂਕੇਸ਼ਨ ਨੂੰ ਲੈ ਕੇ ਕਈ ਜਿਹੜੀ ਨਵੀਆਂ ਪਾਲਿਸੀ ਲੈ ਕੇ ਸਾਨੂੰ ਉਹ ਵੀ ਜਾਪਦੀ ਹੈ, ਤੇ ਜਾਪ ਤਾਂ ਸਾਰਾ ਕੁਝ ਰਿਹਾ ਹੈ, ਪਰ ਜਿਹੜਾ ਕੇਂਦਰ ਬਿੰਦੂ ਬਣ ਗਿਆ ਹੈ ਇਹ ਕਿਸਾਨੀ ਅੰਦੋਲਨ ਬਣ ਗਿਆ ਹੈ। ਹੁਣ ਸਰਕਾਰ ਭੱਜ ਇਸ ਗੱਲ ਤੋਂ ਰਹੀ ਹੈ ਵੀ ਜੇ ਇਹ 3 ਕਾਨੂੰਨ, ਚੌਥਾ ਬਿਜਲੀ ਸੋਧ ਬਿੱਲ, ਜੇ ਇਹ ਅਸੀਂ ਰੱਦ ਕਰਦੇ ਹਾਂ ਤੇ ਅੱਗੇ ਲੰਬਾ ਪੈਂਡਾ ਹੈ ਜਿਹੜਾ ਅਸੀਂ 6 ਸਾਲਾਂ ਦੇ ਵਿੱਚ ਸਰਮਾਏਦਾਰੀ ਧਿਰ ਦੇ ਹੱਕ ਦੇ ਵਿੱਚ ਜਿਹੜਾ ਤੈਅ ਕੀਤਾ ਆ, ਉਹ ਸਾਰਾ ਪੁੱਠਾ ਗੇੜਾ ਲੱਗ ਜਾਣਾ। ਡਰ ਇਸ ਚੀਜ਼ ਦਾ ਹੈ। ਮਤਲਬ ਇਹਨਾਂ ਨੂੰ ਡਰ ਪੈ ਗਿਆ ਕਿ ਕਿਤੇ ਜਦੋਂ ਇਸ ਚੀਜ਼ ਨੂੰ ਪੂਰਾ ਕਰ ਦਿੱਤਾ ਗਿਆ ਫਿਰ ਬਾਕੀ ਹੋਰ ਵੀ ਉੱਭਰ ਕੇ ਆ ਜਾਣੀਆਂ ਸਾਡੀਆਂ ਗਲਤੀਆਂ। ਸਾਫ਼ ਤਾਂ ਇਹੀ ਹੈ। ਹੁਣ ਕਿਸਾਨੀ ਅੰਦੋਲਨ ਦੇ ਵਿੱਚ ਜਿੱਥੇ ਪਹਿਲੇ ਨੰਬਰ ਤੇ ਕਿਸਾਨ ਜਥੇਬੰਦੀਆਂ ਖੜੀਆਂ ਹੈ, ਉਹ ਲੀਡ ਕਰ ਰਹੀਆਂ ਹੈ, ਉਹਦੀ ਹਮਾਇਤ ਦੇ ਵਿੱਚ ਆਂਗਣ ਵਰਕਰ ਲਗਾਤਾਰ ਆ ਰਹੇ, ਆਂਗਣਵਾੜੀ ਵਰਕਰਸ ਆ ਰਹੀਆਂ ਹੈ, ਆਸ਼ਾ ਵਰਕਰ ਲਗਾਤਾਰ ਆ ਰਹੀਆਂ ਹੈ, ਨਰਸਿੰਗ ਹੋਮਸ ਜਿੱਦਾਂ ਹੈਗੀਆਂ ਉਹ ਲੇਡੀਜ਼ ਲਗਾਤਾਰ ਉਹਦੀ ਹਮਾਇਤ ਦੇ ਵਿੱਚ ਆ ਰਹੀਆਂ ਹੈ, ਬੇਰੁਜ਼ਗਾਰ ਨੌਜਵਾਨ ਖੜੇ ਹੈ, ਟ੍ਰੇਡ ਯੂਨੀਅਨ ਖੜੇ ਹੈ, ਸਾਰੇ ਅਦਾਰੇ ਖੜੇ ਹੈ, ਜਿਹੜਾ ਲਗਾਤਾਰ ਢਾਂਚਾ ਗਹਿਣੇ ਤਾਂ ਕੀ ਇਹਨਾਂ ਨੇ ਵੇਚ ਹੀ ਸੁੱਟਿਆ, ਚਾਹੇ ਸਾਡੇ ਸਰਕਾਰੀ ਇੰਸਟੀਟਿਊਸ਼ਨ ਹੈ, ਹਸਪੀਟਲ ਹੈ, ਸਾਰਾ ਕੁਛ ਹੈ, ਉਹ ਪਿੱਛੇ ਲੈਣ ਵਾਰ ਖੜੇ ਹੈ। ਮਤਲਬ ਸਾਨੂੰ ਇਹ ਚਿਹਰਾ ਜਾਪਦਾ ਵੀ ਸਟੇਜ ਜਿਹੜੀ ਸੰਯੁਕਤ ਮੋਰਚੇ ਦੀ, ਜਿੱਥੇ ਪਹਿਲੇ ਹੱਥਾਂ ਦੇ ਵਿੱਚ ਬੈਨਰ ਫੜੀ ਕਿਸਾਨ ਖੜੇ ਹੈ, ਉਹਦੇ ਪਿੱਛੇ ਦੂਜੇ ਹੱਥਾਂ 'ਚ ਬੈਨਰ ਫੜੇ ਵੱਡੇ ਪੱਧਰ ਤੇ ਬੇਰੁਜ਼ਗਾਰ ਖੜੇ ਹੈ, ਜਿਨ੍ਹਾਂ ਨੂੰ ਸਰਕਾਰ ਨੇ ਇਹ ਕਿਹਾ ਸੀ ਵੀ 1 ਸਾਲ 'ਚ 2 ਕਰੋੜ ਨੌਕਰੀਆਂ ਦੇਣੀਆਂ, ਪਰ ਕਰੋਨਾ ਮਹਾਮਾਰੀ 'ਚ ਨੌਕਰੀਆਂ ਦੇਣੀਆਂ ਤੇ ਕੀ ਪੈਦਲ ਘਰਾਂ ਨੂੰ ਕੁੱਟ-ਕੁੱਟ ਕੇ ਭਜਾਇਆ। ਉਹਦੇ ਤੋਂ ਮਗਰ ਕਈ ਹੋਰ ਅਦਾਰਿਆਂ ਦੇ ਬੇਰੁਜ਼ਗਾਰ ਖੜੇ ਹੈ। ਪਰ ਜਿਹੜੀ ਨਵੀਂ ਪੈਨਸ਼ਨ ਸਕੀਮ ਲੈ ਕੇ ਇਹ ਸਰਕਾਰ ਆਈ ਹੈ, ਤੇ ਉਹ ਜਿੱਥੇ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਹੜੀ ਜੂਝ ਰਹੀ ਹੈ ਪੈਨਸ਼ਨਾਂ ਨੂੰ ਲੈ ਕੇ, ਉਹ ਵੀ ਖੜੀ ਹੈ। ਹੁਣ ਸਰਕਾਰ ਤੇ ਜਿਹੜੀ ਇਹਦੀ ਪਾਲਿਸੀ ਹੈ ਸਰਮਾਏ ਪਰ ਪੱਕੀ, ਉਹਨੂੰ ਲਗਾਤਾਰ ਘਾਬਰ ਇਸ ਚੀਜ਼ ਦੀ ਹੈ ਵੀ ਜੇ ਇਹ 3 ਕਾਨੂੰਨ ਅਸੀਂ ਰੱਦ ਕਰਦੇ ਹਾਂ, ਚੌਥਾ ਬਿਜਲੀ ਸੋਧ ਬਿੱਲ ਰੱਦ ਕਰਦੇ ਹਾਂ, ਕੱਲ੍ਹ ਨੂੰ ਸਾਨੂੰ ਭੱਜਣੇ ਪੈ ਜਾਣਾ। ਇਹਨਾਂ ਨੇ ਤੋੜਨਾ ਨਹੀਂ, ਫਿਰ ਇਹਨਾਂ ਲੋਕਾਂ ਨੇ ਸਾਨੂੰ ਭਜਾਣਾ ਹੈ। ਗੱਲ ਇੱਥੇ ਖੜੀ ਹੈ। ਗੱਲ ਵੇਚਣ ਦੀ ਹੋ ਰਹੀ ਹੈ ਕਿ ਬੜਾ ਕੁਝ ਵੇਚ ਦਿੱਤਾ ਗਿਆ, ਤੇ ਜਿਸ ਲਾਲ ਕਿਲੇ ਨੂੰ ਲੈ ਕੇ ਇੰਨਾ ਜ਼ਿਆਦਾ ਵਿਵਾਦ ਬਣਿਆ ਹੋਇਆ ਹੈ, ਉਹ ਵੀ ਤਾਂ ਇਹਨਾਂ ਨੇ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕੇ ਤੇ ਹੀ ਦੇ ਦਿੱਤਾ। ਗੱਲ ਤਾਂ ਇਹੀ ਹੈ ਨਾ। ਪਹਿਲਾਂ ਤਾਂ ਹੈ ਵੀ ਉਹ ਹੈ ਕਿਹਦਾ, ਜੇ ਅਸੀਂ ਗੱਲ ਦੇਖਣੀ ਹੋਵੇ। ਜੇ ਅਸੀਂ ਹੀ ਲੋਕ ਆਪਣੇ ਭਾਰਤ ਦੇ ਮਾਲਕ ਨਹੀਂ, ਚਾਹੇ ਮੈਂ ਜ਼ਮੀਨ ਦੀ ਮਾਲਕ ਨਹੀਂ ਕਰ ਰਿਹਾ, ਮੈਂ ਇਸ ਫਿਜ਼ਾ ਦੀ ਮਲਕੀਅਤ ਦੀ ਗੱਲ ਕਰ ਰਿਹਾ, ਇਸ ਕੁਦਰਤ ਦੀ ਮਲਕੀਅਤ ਦੀ, ਜੰਮਦਾ ਬੱਚਾ ਇਸ ਕੁਦਰਤ ਦਾ ਮਲਕੀਅਤ ਹੈ ਉਹਦੀ। 138 ਕਰੋੜ ਅੱਜ ਸਾਡੀ ਆਬਾਦੀ ਹੋ ਗਈ ਹੈ, ਉਸੇ ਆਬਾਦੀ ਦਾ ਮਾਲਕ ਉਹ ਲਾਲ ਕਿਲ੍ਹਾ ਹੈ, ਉਸੇ ਆਬਾਦੀ ਦਾ ਮਾਲਕ ਇਹ ਸਾਰੇ ਲੋਕ ਹੈ। ਇਹਨਾਂ ਨੇ ਵੇਚਤਾ, ਠੇਕੇ ਤੇ ਦੇਤਾ, ਉਹਦੇ ਤੇ ਝੰਡਾ ਚਿਹਰਾਤਾ, ਹੋਰ ਕਰਤਾ, ਉਹਦੇ ਵਿੱਚ ਬਾਵਤ, ਕਿਉਂਕਿ ਟਰੋਲ ਆਰਮੀ ਲਗਾਤਾਰ ਇਹਨਾਂ ਨੇ ਰੱਖੀ ਹੈ। ਅੱਜ ਗੱਲ ਅਸੀਂ ਕੀਤੀ ਹੈ ਵੀ ਇਹਨਾਂ ਨੇ ਹਾਇਰ ਕਰਕੇ ਲਗਾਤਾਰ ਰੱਖੀ ਹੋਈ ਹੈ। 20,000 ਬੰਦਾ ਟਰੋਲ ਦੇ ਲਈ ਰੱਖਿਆ ਹੋਇਆ ਬੀਜੇਪੀ ਨੇ, ਸਪੈਸ਼ਲੀ 5 ਲੱਖ ਬੰਦਾ ਉਹਨ ਆਪਣੀ ਰੈਲੀਆਂ ਦੇ ਵਿੱਚ ਤਾੜੀ ਵਜਾਉਣ ਨੂੰ ਪਹਿਲਾਂ ਰੱਖਿਆ ਹੋਇਆ, ਤੇ 1,000 ਬੰਦਾ ਜਿਹੜਾ ਉਹਨੇ ਇਸੇ ਕੰਮ ਦੇ ਲਈ ਰੱਖਿਆ, ਜਿਹੜਾ ਮੀਡੀਆ ਨੂੰ ਮੈਨੇਜ ਕਰਦਾ, ਤੇ ਉਹ ਲਗਾਤਾਰ ਕਰ ਰਿਹਾ। ਪਰ ਜਿਹੜੇ ਲੋਕ ਹੈ, ਜਿਹੜੇ ਇਸ ਫਿਜ਼ਾ ਦੇ, ਇਸ ਮੁਲਕ ਦੇ ਮਾਲਕ ਹੈ, ਉਹ ਜਾਣਦੇ ਅਸਲੀਅਤ ਨੂੰ। ਇਸ ਕਰਕੇ ਤਾਂ ਅੰਦੋਲਨ ਜਦੋਂ 26 ਦਾ ਇਹਨਾਂ ਨੇ ਪੂਰੀ ਕੋਸ਼ਿਸ਼ ਕਰ ਲਈ, ਸਰਕਾਰ ਨੇ ਪਹਿਲੇ ਪੱਧਰ ਤੇ ਕੋਸ਼ਿਸ਼ ਕੀਤੀ, ਜਦੋਂ ਪੰਜਾਬ ਦੇ ਵਿੱਚ ਆਈਆਂ ਅੱਡ ਟੋਲ ਪਲਾਜ਼ੇ ਤੇ, ਉੱਥੇ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਅਸੀਂ 25 ਤਰੀਕ ਨੂੰ ਘਰੋਂ ਚੱਲੇ ਦਿੱਲੀ ਦੇ ਬਾਰਡਰਾਂ ਦੇ ਵੱਲ ਨੂੰ, ਇਹ ਕਹਿ ਕੇ ਵੀ ਅਸੀਂ ਪ੍ਰੋਟੈਸਟ ਕਰਨਾ ਹੈ, ਸ਼ਾਂਤੀਪੂਰਵਕ ਪ੍ਰੋਟੈਸਟ ਕਰਨਾ, ਤੇ ਖੱਟੜ ਸਰਕਾਰ ਨੇ ਜਿੱਦਾਂ ਬਾਰਡਰਾਂ ਨੂੰ ਸੀਲ ਕੀਤਾ, ਅਸੀਂ ਸ਼ਾਂਤੀ ਦੇ ਨਾਲ ਉਹ ਬਾਰਡਰ ਤੋੜੇ, ਵਾਟਰ ਕੈਨਨਾਂ ਦੀ ਵਿਸ਼ਾਰਾਂ ਵੀ ਚੱਲੀਆਂ, ਆਂਸੂ ਗੈਸ ਦੇ ਗੋਲੇ ਵੀ ਛੱਡੇ, ਅਸੀਂ ਇੱਕ ਸੀ ਤੱਕ ਨਹੀਂ ਕੀਤੀ, ਇੱਕ ਬੰਦਾ ਬੋਲ ਨਹੀਂ ਵਰਤਿਆ ਕਿਸੇ ਵੱਲ ਵੀ। ਪਰ ਅਸੀਂ ਗਏ, ਅੱਜ ਉੱਥੇ ਵੀ ਬੈਠੇ ਹਾਂ, ਸਾਡੀ ਉੱਥੇ ਘੇਰਾਬੰਦੀ ਕਰਕੇ ਸਰਕਾਰ ਬੈਠੀ ਹੈ ਜਿੱਦਾਂ ਜਿੱਦਾਂ ਹੈਗੀ ਹੈ। ਪਰ ਜਿਹੜੀ ਗੱਲ ਅਸੀਂ ਲਗਾਤਾਰ ਕਹਿੰਦੇ ਆ ਰਹੇ ਹਾਂ ਪਹਿਲੇ ਦਿਨ ਤੋਂ ਤੇ ਅੱਜ ਦੇ ਦਿਨ ਤੱਕ, ਉਹ ਗੱਲ ਤੇ ਅਸੀਂ ਅੱਜ ਵੀ ਖੜੇ ਹਾਂ। 26 ਤਰੀਕ ਨੂੰ ਕੋਸ਼ਿਸ਼ ਕਰ ਲਈ ਇਹਨਾਂ ਨੇ ਅੰਦੋਲਨ ਨੂੰ ਪੂਰਾ ਮਤਲਬ ਖਤਮ ਕਰਨ ਦੀ, ਪਰ ਅੱਜ ਵੀ ਅੰਦੋਲਨ ਚੜ੍ਹਦੀ ਕਲਾ 'ਚ ਹੈ। ਲੋਕ ਅੱਜ ਵੀ ਵੱਡੀ ਗਿਣਤੀ ਦੇ ਦਿੱਲੀ ਦੇ ਅੱਡ-ਅੱਡ ਬਾਰਡਰਾਂ ਤੇ ਆ ਰਹੇ ਆ। ਇਸੇ ਚੀਜ਼ ਦੀ ਘਬਰਾਹਟ ਹੈ ਸਰਕਾਰ ਨੂੰ। ਸਰ, ਤੁਸੀਂ ਬਾਰਡਰਾਂ ਦੀ ਗੱਲ ਕੀਤੀ ਹੈ, ਇਦਾਂ ਦੇ ਬਾਰਡਰ ਤਾਂ ਚੀਨ ਤੇ ਸਖਤੀ ਲਾਈ ਹੁੰਦੀ ਤਾਂ ਸ਼ਾਇਦ ਕਦੇ ਦੇਸ਼ ਦੀ ਖਰਾਬੀ ਨਾ ਹੁੰਦੀ। ਨਹੀਂ, ਜੇ ਤਾਂ ਮਨੁੱਖਤਾ ਦੀ ਗੱਲ ਕਰੀਏ ਫਿਰ ਤਾਂ ਮੈਨੂੰ ਲੱਗਦਾ ਬਾਰਡਰਾਂ ਦੀ ਲੋੜ ਹੀ ਨਹੀਂ। ਮਨੁੱਖ ਦਾ ਵੈਰੀ ਕਦੀ ਹੋਇਆ ਹੀ ਨਹੀਂ। ਹਾਂ, ਵੈਰੀ ਬਣਾਉਣ ਦੀ ਜੇ ਗੱਲ ਕਰਨੀ ਹੈ ਤਾਂ ਸਰਕਾਰਾਂ ਜ਼ਰੂਰ ਬਣਾਉਂਦੀਆਂ, ਕਿਉਂਕਿ ਸਰਕਾਰਾਂ ਨੇ, ਅਜਿਹੀਆਂ ਸਰਮਾਏਦਾਰ ਧਿਰਾਂ ਨੇ ਆਪਣਾ ਉਹ ਸੰਸਾਧਨ ਵੇਚਣੇ ਆ, ਚਾਹੇ ਉਹ ਬਾਰੂਦ ਹੈ, ਗੋਲੇ ਹੈ, ਉਹਨਾਂ ਨੂੰ ਇਹ ਚਾਹੀਦੇ ਬਾਰਡਰ, ਸਾਨੂੰ ਨਹੀਂ ਚਾਹੀਦੇ। ਸਾਡੇ ਨਾਲ ਇਸ ਵਕਤ ਹਨ ਡਾਕਟਰ ਨਵਜੋਤ ਕੌਰ, ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਜਲੰਧਰ ਦੀ ਪ੍ਰਿੰਸੀਪਲ। ਜਦੋਂ ਵੀ ਤੁਹਾਡੇ ਨਾਲ ਆ ਕੇ ਗੱਲਬਾਤ ਕਰੀਦੀ ਨੇ ਨਾ, ਇੱਕ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ। ਉਹਦਾ ਕਾਰਨ ਸ਼ਾਇਦ ਇਹ ਵੀ ਹੈ ਕਿ ਇਸ ਅੰਦੋਲਨ ਦੇ ਦੌਰਾਨ
ਮੈਂ ਸਿੱਧੇ ਤੌਰ ਤੇ ਇਸ਼ਾਰਾ ਕਰ ਦਿੰਦੀ ਹਾਂ ਕਿ ਇਸ ਖਿੱਤੇ ਦੇ ਲੋਕ ਬਹੁਤ ਘੱਟ ਉੱਭਰ ਕੇ ਸਾਹਮਣੇ ਆਏ। ਨਹੀਂ, ਇਸ ਖਿੱਤੇ ਦੇ ਲੋਕ ਬਹੁਤ ਸ਼ਮੂਲੀਅਤ ਉਹਨਾਂ ਦੀ ਹੈ ਹਮੇਸ਼ਾ। ਪਰ ਕਈਆਂ ਨੂੰ ਕੁਰਸੀ ਦਾ ਡਰ ਮਾਰ ਗਿਆ। ਹੋ ਸਕਦਾ ਆ। ਮੈਂ ਤਾਂ ਸੋਚਦੀ ਹਾਂ ਕਿ ਜੇ ਮੈਂ ਐਜ਼ ਅ ਪ੍ਰਿੰਸੀਪਲ ਆਪਣੇ ਪ੍ਰਿੰਸੀਪਲਸ ਦੇ ਨਾਲ ਖੜੀ ਹੋਵਾਂ ਤਾਂ ਗਲਤ ਗੱਲ ਹੈ, ਕਿਉਂਕਿ ਸੰਸਥਾਵਾਂ ਦੇ ਵਿੱਚ ਬੱਚਿਆਂ ਨੂੰ ਸੱਚ ਦੇ ਨਾਲ ਖੜੇ ਹੋਣਾ ਸਿਖਾਇਆ ਜਾਂਦਾ ਹੈ ਔਰ ਹੱਕ ਸੱਚ ਤੇ ਇਨਸਾਫ ਦੀ ਲੜਾਈ ਦੇ ਵਿੱਚ ਉਹਨਾਂ ਨੂੰ ਲੜਨਾ ਸਿਖਾਇਆ ਜਾਂਦਾ ਹੈ। ਮੈਨੂੰ ਪਹਿਲਾਂ ਵੀ ਇਹ ਸਵਾਲ ਹੋਇਆ ਸੀ ਕਿ ਤੁਸੀਂ ਕਿਸ ਤਰ੍ਹਾਂ ਇੱਦਾਂ ਡਰ ਕਿਉਂ ਨਹੀਂ ਲੱਗਦਾ, ਤੇ ਮੈਂ ਇਹ ਸੋਚਦੀ ਹਾਂ ਕਿ ਡਰਨ ਵਾਲੀ ਕੋਈ ਗੱਲ ਨਹੀਂ ਲੱਗਦੀ, ਕਿਉਂਕਿ ਜਦੋਂ ਤੁਸੀਂ ਸੱਚ ਬੋਲ ਰਹੇ ਹੋ ਤਾਂ ਸੱਚ ਤੋਂ ਡਰਨ ਦੀ ਕੋਈ ਲੋੜ ਨਹੀਂ ਹੁੰਦੀ। ਇਸ ਤਰੀਕੇ ਦੇ ਸਮਾਗਮ ਹੋਣੇ 26 ਤਰੀਕ ਤੋਂ ਬਾਅਦ ਕਿਸੇ ਦੇ ਦਿਮਾਗ 'ਚ ਆਇਆ ਨਹੀਂ ਸੀ। ਮੈਂ ਗੱਲ ਕੀਤੀ ਸੀਗੀ ਕਿ ਇਦਾਂ ਲੱਗਿਆ ਸੀ ਹੁਣ ਅੰਦੋਲਨ ਬਿਖਰ ਗਿਆ, ਪਰ ਸਾਡਾ ਦਿਲ ਜਿਹੜਾ ਸੀ ਜਾਂ ਸਾਡੇ ਦਿਲਾਂ ਦੇ ਵਿੱਚ ਇੱਕ ਗੱਲ ਸੀ, ਨਹੀਂ ਚਾਹੇ ਜਿਹੜਾ ਮਰਜ਼ੀ ਆਪਣੇ ਘਰਾਂ ਨੂੰ ਚਲੇ ਜਾਵੇ, ਅਸੀਂ ਦਿੱਲੀ ਦੇ ਬਾਰਡਰ ਛੱਡ ਕੇ ਨਹੀਂ ਜਾਣਾ। ਇੱਕ ਵਾਰ ਫਿਰ ਤੋਂ ਅਜਿਹੇ ਸਮਾਗਮ ਹੋਣੇ ਕਰਨੇ। ਵਰੁਣ, ਅਸੀਂ ਤਾਂ ਪਹਿਲਾਂ ਵੀ ਬੰਦ ਨਹੀਂ ਕੀਤੇ ਸੀ ਸਮਾਗਮ। ਤੁਹਾਨੂੰ ਯਾਦ ਹੋਣਾ 25-26 ਨਵੰਬਰ ਤੋਂ ਇੱਕਦਮ ਬਾਅਦ ਅਸੀਂ ਰੈਲੀ ਕੀਤੀ ਸੀ, ਉਸ ਤੋਂ ਬਾਅਦ ਅਸੀਂ ਸੈਮੀਨਾਰ ਕਰਵਾਇਆ ਸੀ, ਅਸੀਂ ਟੋਲ ਪਲਾਜ਼ਾਸ 'ਤੇ ਜਾ ਕੇ ਲੋਹੜੀ ਉੱਥੇ ਮਨਾ ਰਹੇ ਹਾਂ, ਅਸੀਂ ਨਵਾਂ ਸਾਲ ਉਹਨਾਂ ਦੇ ਨਾਲ ਮਨਾ ਰਹੇ ਹਾਂ। ਸਾਡਾ ਇਸ ਵਾਰੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਵੀ ਕਿਸਾਨਾਂ ਨੂੰ ਸਮਰਪਿਤ ਸੀਗਾ, ਅਸੀਂ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਸੀ। ਔਰ 26 ਤਰੀਕ ਨੂੰ ਜੋ ਵੀ ਹੋਇਆ ਮੰਦਭਾਗਾ ਹੈ, ਅਸੀਂ ਸਾਰੇ ਉਹਦੇ ਲਈ ਅਫਸੋਸ ਪ੍ਰਗਟ ਕਰਦੇ ਹਾਂ, ਪਰ ਮੈਨੂੰ ਲੱਗਦਾ ਹੈ ਕਿ ਅਸੀਂ ਅਸਲੀ ਦੇਸ਼ ਭਗਤ ਹਾਂ। ਅਸੀਂ ਤਿਰੰਗੇ ਦਾ ਬਹੁਤ ਮਾਣ ਸਨਮਾਨ ਕਰਦੇ ਹਾਂ, ਆਪਣੇ ਰਾਸ਼ਟਰ ਗਾਨ ਦਾ ਵੀ ਔਰ ਆਪਣੇ ਰਾਸ਼ਟਰੀ ਤਿਰੰਗੇ ਦਾ ਵੀ ਸਾਡੇ ਮਨ 'ਚ ਬਹੁਤ ਇੱਜ਼ਤ ਹੈ। ਔਰ ਇਸ ਵੇਲੇ ਜਿਹੜਾ ਸਾਡਾ ਸੰਘਰਸ਼ ਹੈ ਉਹ ਬਿਲਕੁਲ ਇੱਕ ਮੈਂ ਕਹਾਂਗੀ ਕਿ ਪਤਾ ਨਹੀਂ ਸਰਕਾਰੀ ਸਾਜ਼ਿਸ਼ ਦਾ ਨਿਸ਼ਾਨਾ ਬਣ ਗਿਆ। ਬਿਲਕੁਲ ਅਸੀਂ ਜਿੱਤ ਦੇ ਕੋਲ ਖੜੇ ਸੀ, ਇਖਲਾਕੀ ਤੌਰ ਤੇ ਅਸੀਂ ਜਿੱਤ ਚੁੱਕੇ ਸੀ, ਪਰ ਥੋੜ੍ਹੀ ਜਿਹੀ ਢਾਹ ਜਿਹੜੀ ਹੈ 26 ਜਨਵਰੀ ਨੂੰ ਸਾਡੇ ਅੰਦੋਲਨ ਨੂੰ ਲੱਗੀ ਹੈ। ਪਰ ਮੈਂ ਸਦਕੇ ਜਾਨੀ ਹਾਂ ਆਪਣੇ ਵੀਰ ਰਾਜੇਸ਼ ਟਕੈਤ ਹੋਰਾਂ ਦੇ ਔਰ ਆਪਣੀ ਸਾਰੀ ਲੀਡਰਸ਼ਿਪ ਦੇ, ਰਾਜੇਵਾਲ ਹੋਰਾਂ ਦੇ, ਸਾਰਿਆਂ ਦੇ, ਕਿ ਉਹਨਾਂ ਦੀਆਂ ਜਿਹੜੀਆਂ ਟਿੱਪਣੀਆਂ, ਉਹਨਾਂ ਦੇ ਜਿਹੜੇ ਬਚਨ ਹੈ, ਉਹਨਾਂ ਦੇ ਜਿਹੜੇ ਸ਼ਬਦ ਹੈ, ਉਹਨਾਂ ਦੇ ਜਿਹੜੇ ਭਾਸ਼ਣ ਹੈ, ਉਹਨਾਂ ਨੇ ਬੜੀ ਨਿਰਣਾਇਕ ਭੂਮਿਕਾ ਅਦਾ ਕੀਤੀ ਹੈ ਔਰ ਲੋਕ ਫਿਰ ਜਿਹੜੇ ਹੈ ਕਾਫਲਿਆਂ ਦੇ ਕਾਫਲੇ ਦਿੱਲੀ ਵੱਲ ਵਾਪਸ ਜਾਣੇ ਸ਼ੁਰੂ ਹੋ ਗਏ ਹੈ। ਕਿਸਾਨ ਅੰਦੋਲਨ ਮਤਲਬ ਕਿਸਾਨਾਂ ਦਾ ਅੰਦੋਲਨ। ਪੰਜਾਬੀ ਇਸ ਦੇ ਵਿੱਚ ਅੱਗੇ ਵੱਧ ਚੜ੍ਹ ਕੇ ਆਏ, ਕਿਉਂਕਿ ਪੰਜਾਬੀਆਂ ਦਾ ਸੁਭਾਅ ਹਮੇਸ਼ਾ ਇਦਾਂ ਦਾ ਰਿਹਾ ਹੈ ਕਿ ਜਦੋਂ ਵੀ ਜ਼ੁਲਮ ਹੁੰਦਾ ਹੈ ਉਹ ਮੋਹਰੇ ਆ ਜਾਂਦੇ ਨੇ। ਉਹਨਾਂ ਨੂੰ ਆਦਤ ਪੈ ਚੁੱਕੀ ਹੈ ਆਪਣੀ ਹਿੱਕ ਦੇ ਉੱਤੇ ਗੋਲੀ ਖਾਣ ਦੀ। ਤੇ ਹੁਣ ਮਾਹੌਲ ਕਿਹੋ ਜਿਹਾ ਹੈ ਸਭ ਨੂੰ ਪਤਾ ਹੈ, ਸਾਰੇ ਡਰੇ ਵੀ ਹੋਏ ਨੇ, ਸਹਿਮੇ ਵੀ ਹੋਏ ਨੇ, ਪਰ ਪੂਰਾ ਦੇਸ਼ ਨਾਲ ਰਲ ਗਿਆ। ਔਰ ਦੇਸ਼ ਦਾ ਨਾਲ ਰਲ ਜਾਣਾ ਤੇ ਇੱਕਦਮ ਗੋਦੀ ਮੀਡੀਆ ਦਾ ਇਹ ਕਹਿ ਦੇਣਾ ਕਿ ਇਹ ਤਾਂ ਦੇਸ਼ ਧਰੋਹੀ ਨੇ। ਦੇਖੋ, ਦੇਸ਼ ਧਰੋਹੀ ਨਹੀਂ ਆ। ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਸੱਚੇ ਦੇਸ਼ ਭਗਤ ਹਾਂ ਔਰ ਸਾਡੇ ਬੱਚਿਆਂ ਨੂੰ ਪਹਿਲਾਂ ਇਲਜ਼ਾਮ ਲਗਾ ਕੇ ਦੇਖਿਆ ਹੀ ਸੀ ਇਹਨਾਂ ਨੇ, ਖਾਲਿਸਤਾਨੀ ਕਹਿ ਕੇ ਦੇਖਿਆ, ਮਾਓਵਾਦੀ ਕਹਿ ਕੇ ਦੇਖਿਆ, ਔਰ ਬੱਚਿਆਂ ਨੇ ਆਪਣੇ ਸੰਜਮ ਭਰੇ ਵਿਵਹਾਰ ਦੇ ਨਾਲ ਉਹ ਸਾਰੀਆਂ ਤੋਹਮਤਾਂ ਨਕਾਰ ਦਿੱਤੀਆਂ ਆ, ਹੈ ਨਾ। ਧਰਮ ਦਾ ਪੱਤਾ ਵੀ ਨਹੀਂ ਚੱਲਿਆ। ਔਰ ਇਹ ਜਿਹੜਾ ਹੈ ਹੁਣ ਇਹ ਬੜੀ 26 ਜਨਵਰੀ ਵਾਲਾ ਦਿਨ ਜਿਹੜਾ ਹੈ, ਜਿਸ ਦਿਨ ਸਾਡਾ ਅੰਦੋਲਨ ਸਿਖਰ 'ਤੇ ਸੀ ਔਰ ਜਿਸ ਦਿਨ ਸਰਕਾਰ ਵੀ ਇਹ ਮੰਨ ਚੁੱਕੀ ਸੀ ਅੰਦਰੋਂ ਅੰਦਰ ਕਿ ਅਸੀਂ ਇਖਲਾਕੀ ਤੌਰ 'ਤੇ ਜੰਗ ਜਿੱਤ ਚੁੱਕੇ ਹਾਂ, ਉਸ ਵੇਲੇ ਸਾਡੇ ਕੁਝ ਨੌਜਵਾਨਾਂ ਨੂੰ ਬਰਗਲਾ ਕੇ, ਭਰਮਾ ਕੇ ਗਟੱਲਿਆ ਨੀਤੀ ਚੱਲੀ ਹੈ, ਚਨੱਕਿਆ ਨੀਤੀ ਚੱਲੀ ਹੈ ਔਰ ਲਾਲ ਕਿਲੇ ਦਾ ਬੂਹਾ ਖੋਲ੍ਹ ਕੇ ਸਾਨੂੰ ਅੰਨੀ ਗੁਫਾ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਹੈ। ਪਰ ਅਸੀਂ ਸਾਰੇ ਹੀ ਜਿਹੜੇ ਸੂਝਵਾਨ ਲੋਕ ਹੈ, ਜਿਹੜੇ ਸੰਵੇਦਨਸ਼ੀਲ ਲੋਕ ਹੈ, ਉਹਨਾਂ ਨੂੰ ਸਾਰੀਆਂ ਸਾਜ਼ਿਸ਼ਾਂ ਦਾ ਪਤਾ ਹੈ ਤੇ ਉਹਨਾਂ ਨੂੰ ਇਹ ਵੀ ਪਤਾ ਆ ਕਿ ਅਸੀਂ ਸਾਰੇ ਦੇਸ਼ ਭਗਤ ਹਾਂ, ਦੇਸ਼ ਧਰੋਹੀ ਨਹੀਂ। ਅਸੀਂ ਦੇਸ਼ ਧਰੋਹੀ ਨਹੀਂ ਹਾਂ, ਅਸੀਂ ਦੇਸ਼ ਭਗਤ ਹਾਂ ਔਰ ਸਾਡੀ ਸ਼ਾਇਦ ਦੇਸ਼ ਭਗਤੀ ਕਰਕੇ ਹੀ ਉਹ ਇੰਨਾ ਡਰੇ ਹੋਏ ਆ। ਬਿਲਕੁਲ ਬਿਲਕੁਲ ਇਹ ਗੱਲ ਹੈ। ਇਹ ਦੇਸ਼ ਭਗਤੀ ਦਾ ਮਤਲਬ ਜੇ ਮੈਂ ਕਹਾਂ ਤੇ ਕੋਈ ਇੱਕ ਰੰਗ ਦੇ ਕੱਪੜੇ ਪਾਉਣਾ ਦੇਸ਼ ਭਗਤੀ ਨਹੀਂ ਹੈ, ਜਾਂ ਕਿਸੇ ਘੱਟ ਗਿਣਤੀਆਂ ਤੇ ਹਮਲੇ ਕਰਕੇ ਅਸੀਂ ਦੇਸ਼ ਭਗਤ ਨਹੀਂ ਬਣ ਜਾਣਾ ਹੁੰਦਾ। ਅਸਲੀ ਦੇਸ਼ ਭਗਤੀ ਦਾ ਦੇਸ਼ ਦੀ ਏਕਤਾ, ਅਖੰਡਤਾ, ਦੇਸ਼ ਦੀ ਸੁਰੱਖਿਆ ਦੇ ਨਾਲ ਨਾਲ ਦੇਸ਼ ਦੇ ਲੋਕਾਂ ਦੀ ਜਿਹੜੀ ਖਰੀ ਫਿਕਰਮੰਦੀ ਵੀ ਹੈ, ਉਹ ਅਸਲੀ ਦੇਸ਼ ਭਗਤੀ ਹੈ। ਔਰ ਅਸੀਂ ਅਸਲੀ ਦੇਸ਼ ਭਗਤਾਂ ਨੂੰ ਸਦੀਆਂ ਤੋਂ ਇਹ ਦੇਸ਼ ਭਗਤੀ ਅਸੀਂ ਨਿਭਾ ਰਹੇ ਹਾਂ, ਕਿਉਂਕਿ ਤੁਸੀਂ ਦੇਖ ਲਓ ਪੰਜਾਬੀਆਂ ਨੇ 90% ਤੋਂ ਵੱਧ ਜਿਹੜੀਆਂ ਹੈ ਸ਼ਹਾਦਤਾਂ ਦੇ ਕੇ ਦੇਸ਼ ਨੂੰ ਜਿਹੜਾ ਹੈ ਸਾਮਰਾਜੀ ਗੁਲਾਮੀ ਤੋਂ ਆਜ਼ਾਦ ਕਰਾਇਆ ਸੀ। ਇਹ ਸਨ ਡਾਕਟਰ ਨਵਜੋਤ ਕੌਰ ਔਰ ਸਾਡੀ ਇਹੀ ਉਮੀਦ ਹੈ ਕਿ ਇਸ ਤਰੀਕੇ ਦੇ ਨਾਲ ਇਹ ਅੰਦੋਲਨ ਦਾ ਸਾਥ ਨਿਭਾਉਂਦੇ ਰਹਿਣਗੇ ਹਰ ਪੰਜਾਬੀ, ਹਰ ਭਾਰਤੀ, ਹਰ ਕਿਸਾਨ, ਚਾਹੇ ਉਹ ਦੇਸ਼ 'ਚ ਹੈ, ਵਿਦੇਸ਼ 'ਚ ਹੈ। ਇਸ ਅੰਦੋਲਨ ਦਾ ਸਾਥ ਉਦੋਂ ਤੱਕ ਨਹੀਂ ਛੱਡੇਗਾ ਜਦੋਂ ਤੱਕ ਸਾਡਾ ਕਿਸਾਨਾਂ ਨੂੰ ਬਣਦਾ ਹੋਇਆ ਹੱਕ ਨਹੀਂ ਮਿਲਦਾ। ਸਾਡੇ ਨਾਲ ਇਸ ਵਕਤ ਮੌਜੂਦ ਹਨ ਰਿਟਾਇਰਡ ਕਰਨਲ ਕੁਲਜਿੰਦਰ ਜੀ। ਜਿਸ ਤਰੀਕੇ ਦਾ ਮਾਹੌਲ ਬਣਿਆ, ਬਹੁਤ ਸਾਰਿਆਂ ਦੇ ਦਿਲ ਸਹਿਮੇ ਵੀ, ਡਰੇ ਵੀ, ਪਰ ਹੱਲੇ ਵੀ ਅੰਦੋਲਨ ਦੇ ਵਿੱਚ ਬੈਠੇ ਅੰਦੋਲਨਕਾਰੀਆਂ ਦੇ ਲਈ ਪੰਜਾਬ ਦਾ ਹਰ ਬੰਦਾ ਖੜਾ ਹੈ।
ਬਿਲਕੁਲ ਮੈਮ। ਔਰ ਉਸ ਦਿਨ ਜਦੋਂ ਇਹ ਹੋਇਆ ਔਰ ਬਹੁਤ ਨਾਰਾਜ਼ਗੀ ਹੋਈ, ਸਭ ਨੂੰ ਬਹੁਤ ਡਿਸਅਪੁਆਇੰਟਮੈਂਟ ਹੋਈ, ਕਿਉਂਕਿ ਹਰ ਕੋਈ ਬੰਦਾ ਚਾਹੇ ਉੱਥੇ ਸੀ ਜਾਂ ਪਿੱਛੇ ਘਰ ਬੈਠਾ ਸੀਗਾ, ਹਰ ਕੋਈ ਇਮੋਸ਼ਨਲੀ ਇਨਵੋਲਵ ਸੀ ਇਹਦੇ ਵਿੱਚ। ਤੇ ਇਹ ਹੁਣ ਸਾਡੀ ਸਪਿਰਿਟ ਨੂੰ, ਅੰਦੋਲਨ ਦੀ ਸਪਿਰਿਟ ਨੂੰ ਔਰ ਅੰਦੋਲਨ ਦੀ ਏਕਤਾ ਦੀ ਸਪਿਰਿਟ ਨੂੰ ਕ੍ਰੈਡਿਟ ਜਾਂਦਾ ਕਿ ਸਾਰੇ ਫਿਰ ਵੀ ਉੱਥੇ ਇਕੱਠੇ ਹੋ ਕੇ ਬੈਠੇ ਔਰ ਇਸ ਅੰਦੋਲਨ ਨੂੰ ਅੱਗੇ ਵਧਾ ਰਹੇ ਆ। ਫਿਊਚਰ ਤੁਹਾਨੂੰ ਕੀ ਦਿਖ ਰਿਹਾ ਇਸ ਅੰਦੋਲਨ ਦਾ? ਬਟ ਫਿਊਚਰ 100% ਹੈ ਕਿ ਸਕਸੈਸਫੁਲ ਹੋਏਗਾ ਔਰ ਸ਼ਾਂਤੀਮਈ ਤਰੀਕੇ ਨਾਲ ਹੋਵੇਗਾ। ਔਰ ਪ੍ਰਾਰਥਨਾ ਵੀ ਇਹੀ ਹੈ ਕਿ ਸ਼ਾਂਤੀਮਈ ਤਰੀਕੇ ਨਾਲ ਚੱਲੇ ਔਰ ਸ਼ਾਂਤੀਮਈ ਤਰੀਕੇ ਨਾਲ ਹੀ ਇਹ ਅੰਦੋਲਨ ਪੂਰਾ ਹੋਵੇ। ਸ਼ਾਂਤਮਈ ਸਾਡੇ ਵੱਲੋਂ ਤਾਂ ਬਹੁਤ ਟਾਈਮ ਤੋਂ ਰੱਖਿਆ ਗਿਆ ਇਸ ਅੰਦੋਲਨ ਨੂੰ। ਕੁਝ ਸ਼ਰਾਰਤੀ ਅੰਸਰਾਂ ਨੇ ਭੜਕਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਤੋਂ ਸ਼ਾਂਤੀ ਬਰਕਰਾਰ ਰਹੀ ਤੇ ਵੱਡੇ ਵੱਡੇ ਬੈਰੀਕੇਡ ਇਸ ਸ਼ਾਂਤੀ ਨੂੰ ਟਿਕਣ ਨਹੀਂ ਦੇ ਰਹੇ। ਹੁਣ ਕੋਈ ਵੀ ਇਸ ਲੈਵਲ ਦਾ ਸੰਘਰਸ਼ ਹੁੰਦਾ, ਉਹ ਜਿਸ ਤਰ੍ਹਾਂ ਤੁਸੀਂ ਲੀਡਰਸ ਨੂੰ ਵੀ ਸੁਣਿਆ, ਇਹ ਪਾਰਟ ਐਂਡ ਪਾਰਸਲ ਇਸ ਚੀਜ਼ ਦਾ ਹੈਗੇ ਆ। ਸਾਨੂੰ ਮੈਂਟਲੀ, ਸਾਈਕੋਲੋਜੀਕਲੀ ਇਸ ਚੀਜ਼ ਲਈ ਤਿਆਰ ਰਹਿਣਾ ਚਾਹੀਦਾ ਕਿ ਇਦਾਂ ਦੀਆਂ ਅੜਚਣਾਂ ਆਉਣਗੀਆਂ ਤੇ ਉਹਨਾਂ ਨੂੰ ਅਸੀਂ ਫਿਰ ਵੀ ਸ਼ਾਂਤੀ ਦੇ ਨਾਲ ਹੀ ਸੋਲਵ ਕਰਕੇ ਔਰ ਨਜਿੱਠ ਕੇ ਅੱਗੇ ਵਧਣਾ ਹੈਗਾ। ਕਿਸਾਨ ਸਭਾ ਪੰਜਾਬ ਦਾ ਮੈਂ ਮੀਤ ਪ੍ਰਧਾਨ ਹਾਂ। ਸਾਡੀ ਇਹ ਬੜਾ ਲੀਡਿੰਗ ਫਾਰਮਰ ਆਰਗੇਨਾਈਜੇਸ਼ਨ ਪੰਜਾਬ 'ਚ। ਇਹਦੇ ਜਲੰਧਰ ਤੋਂ ਕੁਲਵੰਤ ਸਿੰਘ ਸੰਧੂ ਜਨਰਲ ਸੈਕਟਰੀ ਨੇ, ਡਾਕਟਰ ਜਨਾਲਾ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਹੋ ਪ੍ਰੈਜ਼ੀਡੈਂਟ ਨੇ। ਬੜੀ ਸਾਡੇ ਕੋਲ ਐਜੂਕੇਟਡ ਔਰ ਡਿਵੋਟੀ ਕਾਰਕੁਨਾਂ ਦੀ ਵੱਡੀ ਟੀਮ ਹੈ। ਅਸੀਂ ਬਹੁਤ ਕੋਈ ਅੱਜ ਵੀ ਸਾਡੀ ਉੱਥੇ 400-500 ਟਰਾਲੀ ਖਲੋਤੀ ਆ। ਅੱਜ ਦਾ ਸੈਮੀਨਾਰ ਇੱਕ ਤੇ ਅਸੀਂ ਐਪਰੀਸ਼ੀਏਟ ਇਹਨਾਂ ਨੂੰ ਕੀਤਾ ਵੀ ਇਦਾਂ ਦਾ ਯਤਨ ਯੂਨੀਵਰਸਿਟੀ ਸਾਡੀ ਗੁਰੂ ਨਾਨਕ ਕਰਦੀ ਆ, ਇੱਥੇ ਵੀ ਹੋਇਆ, ਅੱਛੀ ਗੱਲ ਹੈ। ਦੂਜੀ ਗੱਲ ਇਹ ਆ ਵੀ ਮੋਰਚਾ ਸਾਡਾ ਲੰਮਾ ਪੈ ਗਿਆ, ਪਰ ਅਸੀਂ ਚਾਚੇ ਜੀਤ ਸਿੰਘ ਨੂੰ ਪੜ੍ਹਿਆ, ਉਹਦਾ ਮੋਰਚਾ 9 ਮਹੀਨੇ ਚੱਲਿਆ ਸੀ। 1907 ਦਾ ਮੋਰਚਾ ਸ਼ੁਰੂ ਹੋਇਆ ਕਲੋਨੀਅਲ ਬਿੱਲ ਦੇ ਖਿਲਾਫ। ਚਾਚਾ ਜੀਤ ਸਿੰਘ ਭਗਤ ਸਿੰਘ ਦਾ ਚਾਚਾ ਸੀ, ਉਹਨੇ 9 ਮਹੀਨੇ ਯੁੱਧ ਕੀਤਾ ਸੀ। ਸਾਨੂੰ ਅਜੇ 2.5 ਮਹੀਨੇ ਹੋਏ ਆ। ਉਸ ਵੇਲੇ ਸਰਕਾਰ ਹੋਰ ਤਰ੍ਹਾਂ ਦੀ, ਅੱਜ ਦੀ ਸਰਕਾਰ ਸਿਰੇ ਦੀ ਫਨੈਟਿਕ ਆ ਔਰ ਕਾਰਪੋਰੇਟ ਲੌਬੀ ਦੀ ਸਰਕਾਰ ਆ। ਇਹ ਲੋਕਾਂ 'ਚ ਵੰਡੀਆਂ ਪਾਉਂਦੇ ਆ, ਲੋਕਾਂ 'ਚ ਡਿਵੀਜ਼ਨ ਕਰਕੇ ਰੱਖਦੇ ਆ ਔਰ ਲੋਕਾਂ ਨੂੰ ਲੜਾਈ ਝਗੜਾ ਵੀ ਕਰਾਉਂਦੇ। ਤੁਸੀਂ ਸੀਏਏ ਇਹ ਕਾਨੂੰਨਾਂ ਬਾਰੇ ਤੁਹਾਨੂੰ ਪਤਾ, ਲੋਕਡਾਊਨ ਤੋਂ ਪਹਿਲਾਂ ਸ਼ਹੀਨ ਬਾਗ ਗਾਲਾਂ ਕੱਢਦੇ ਰਹੇ ਔਰਤਾਂ ਨੂੰ, ਐਸੇ ਮੂਰਖ ਬੰਦੇ ਆ। ਤੇ ਇਹ ਸਰਕਾਰ ਵਿਸ਼ੇਸ਼ ਕਿਸਮ ਦੀ ਆ, ਉਹਦੇ ਨਾਲ ਸਾਡਾ ਮੱਥਾ ਲੱਗਾ। ਪਰ ਇਹ ਲੜਾਈ ਸਾਡੀ ਇੰਨੀ ਸੱਚੀ ਆ ਵੀ ਇਕੱਲਾ ਇਹ ਪੰਜਾਬ ਦਾ ਨਹੀਂ ਗਾ, ਇਹ ਪੁੱਤਰ ਸਾਰੇ ਦੇਸ਼ ਦਾ ਅੰਦੋਲਨ ਬਣ ਗਿਆ। ਯੂ ਸੀ ਕਿ ਯੂਪੀ ਦੇ ਅੰਦਰ 5 ਟਕੇਤ ਦੀਆਂ ਮਾਂ ਪੰਚਾਇਤਾਂ ਹੋ ਗਈਆਂ ਜਿਨ੍ਹਾਂ ਦੇ ਲੱਖਾਂ ਲੋਕ ਆਏ ਆ। ਰਾਤੀ ਜੀਨ 'ਚ ਹੋਈ ਆ ਹਰਿਆਣੇ 'ਚ, ਰਾਜਸਥਾਨ 2 ਜਾਂ 3 ਹੋ ਗਈਆਂ। ਔਰ ਇਹ ਲਗਾਤਾਰ ਜਦੋਂ ਮੋਦੀ ਦੇ ਇਹ ਵੱਡੇ ਪ੍ਰਾਂਤ, ਮੱਧ ਪ੍ਰਦੇਸ਼, ਰਾਜਸਥਾਨ, ਯੂਪੀ, ਇਹ ਵੱਡੇ ਪ੍ਰਾਂਤ ਆ, ਇੱਥੋਂ ਜਦੋਂ ਇਹਦੇ ਪੈਰ ਖਿਸਕਣੇ ਆ, ਲੋਕਾਂ ਦੀ ਮੋਬਿਲਾਈਜੇਸ਼ਨ ਹੋਣੀ ਆ, ਫਿਰ ਸਾਨੂੰ ਲੱਗਦਾ ਵੀ ਇਹ ਸਾਡੇ ਜਿਹੜੇ ਰਿਪੀਲ ਐਕਟ ਹੋ ਜਾਣਗੇ। ਅਸੀਂ ਹੌਸਲੇ ਨਾਲ ਲੱਗੇ ਹਾਂ ਔਰ ਸਾਡਾ ਜਿਹੜਾ ਤਰੀਕਾ ਇਹ ਸ਼ਾਂਤੀ ਪਸੰਦ ਆ। ਅਸੀਂ ਨਾ ਮੈਸੇਜ ਨੂੰ ਨਾਨ ਵਾਇਲੈਂਟ ਹੋਣ ਦੇਣਾ ਚਾਹੁੰਦੇ ਹਾਂ। ਅਸੀਂ ਵਾਇਲੈਂਸ ਉੱਕਾ ਯਕੀਨ ਜੀ, ਅਸੀਂ ਕੌਨਸਟੀਟਿਊਸ਼ਨ ਨੂੰ ਮੰਨਦੇ ਹਾਂ, ਲਾ ਅਬਾਈਡਿੰਗ ਸਿਟੀਜ਼ਨ ਹੈ ਜੀ। ਅਸੀਂ ਲੜਾਈ ਜਿੱਦਾਂ ਸੁਪਰੀਮ ਕੋਰਟ ਨੇ ਕਿਹਾ ਇਹਨਾਂ ਦਾ ਪੀਸਫੁਲ ਅੰਦੋਲਨ ਆ, ਇਹਨਾਂ ਦਾ ਰਹਿਣ ਦਿਓ, ਇਹ ਕੰਟੀਨਿਊ ਕਰੋ, ਤੰਗ ਇਹਨਾਂ ਨੂੰ ਨਾ ਕਰੋ, ਸੁਪਰੀਮ ਕੋਰਟ ਨੇ ਆਖਿਆ। ਔਰ ਇਹ ਬੰਦੇ ਫਿਰ ਨਹੀਂ ਹਟਦੇ। ਕੱਲ੍ਹ ਇਹਨਾਂ ਕਿੱਲ ਠੋਕਤੇ ਆ, ਤੁਸੀਂ ਵੇਖਿਆ ਕੈਸਾ ਉਹ ਜਿਹੜਾ ਲੀਡਿੰਗ ਇੱਥੇ ਹਿੰਦੁਸਤਾਨ ਦਾ ਨਿਊਜ਼ ਚੈਨਲ ਆ NDTV, ਉਹਦਾ ਪੱਤਰਕਾਰ ਰਾਤੀ ਕਹਿ ਰਿਹਾ ਸੀ ਕਿ ਮੈਂ 14 ਕਿਲੋਮੀਟਰ ਪਿੰਡਾਂ ਥਾਣੀ ਸਫ਼ਰ ਕਰਕੇ ਤਾਂ ਆਇਆ। ਹਾਲਾਂਕਿ ਉਹ ਜਿਹੜਾ ਰਸਤਾ ਕ੍ਰਾਸ ਕਰਕੇ ਜਾਂਦਾ ਸੀ ਉਹ 1.5 ਕਿਲੋਮੀਟਰ ਆ। ਐਡੇ ਬੇਈਮਾਨ ਬੰਦੇ ਆ, ਐਡੇ ਲੀਡਿੰਗ। ਵੇਖੋ ਡੈਮੋਕ੍ਰੇਸੀ ਕਿਸ ਕਿਸਮ ਦੀ ਆ। ਮੀਡੀਆ ਚੌਥਾ ਪਿਲਰ ਹੁੰਦਾ ਡੈਮੋਕ੍ਰੇਟਿਕ ਵੈਲਿਊ ਨੂੰ ਸਟਰੈਂਥਨ ਕਰਨਾ, ਡੈਮੋਕ੍ਰੇਟਿਕ ਨਾਰਮ ਨੂੰ ਸਟਰੈਂਥਨ ਕਰ ਲਈਏ। ਮੀਡੀਆ ਚੌਥਾ ਪਿਲਰ ਆ, ਉਹਦੀ ਇਹਨਾਂ ਨਕੇਲ ਕੱਸਦੀ ਆ। ਬੇਈਮਾਨਾਂ ਦਾ ਗਰੋਹ ਆ, ਫਨੈਟਿਕ ਲੋਕ ਆ, ਇਹਨਾਂ ਦਾ ਰਾਜ ਜਿੰਨੀ ਛੇਤੀ ਜਾਵੇ। ਔਰ ਸਾਨੂੰ ਲੱਗਦਾ ਵੀ ਜਿੰਨਾ ਲੋਕਾਂ ਦਾ ਸਾਨੂੰ, ਮੈਂ ਤੁਹਾਨੂੰ ਉੱਥੇ ਸੁਣਿਆ ਤੁਸੀਂ ਸਾਡੀਆਂ ਗੱਲਾਂ, ਟਰਮੈਂਡਸ ਰਿਸਪੌਂਸ ਆ। ਵੇਖੋ ਇੱਥੋਂ ਰਮਦਾਸ 125 ਕਿਲੋਮੀਟਰ ਆ, 125-150 ਤੋਂ ਅਸੀਂ ਆਏ ਆ ਔਰ ਲੋਕੀ ਲਗਾਤਾਰ ਅਜੇ ਥੱਕੇ ਆ ਰਹੇ ਨਹੀਂ। 5-5 ਪੁੱਤਰ ਦੇਣ ਜਾਂਦੇ ਆ, 10-12 ਰਾਤਾਂ ਕੱਟ ਕੇ ਫਿਰ ਵਾਪਸ ਜਾਂਦੇ। ਜਲੰਧਰ ਤੋਂ ਜਦੋਂ ਟਰਾਲੀ ਜਾਂਦੀ ਨਾ ਅੰਮ੍ਰਿਤਸਰ ਨੂੰ 5 ਘੰਟੇ ਲੱਗਦੇ ਇੱਥੋਂ ਆਇਆ ਥਾਂ ਤੋਂ। ਫਿਰ ਉਹ ਲੋਕਾਂ ਦਾ ਹੌਸਲਾ ਪਸਤ ਨਹੀਂ ਹੋਇਆ। ਇਹ ਲੜਾਈ ਲਾਜ਼ਮੀ ਸੰਘਰਸ਼ ਹੀ ਜਿੱਤਣਾ। ਅੱਜ ਤੁਹਾਨੂੰ ਦਿਖਾਇਆ ਕਿ ਕਿਵੇਂ ਕੁਝ ਪਤਵੰਤੇ ਸੱਜਣ ਜਿਹੜੇ ਨੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਸੈਮੀਨਾਰ ਵਿੱਚ ਪਹੁੰਚੇ ਔਰ ਕਈ ਜਣਿਆਂ ਨੇ ਸਾਡੇ ਨਾਲ ਆਪਣੇ ਵਿਚਾਰ ਵੀ ਸਾਂਝੇ ਕੀਤੇ, ਬੱਚਿਆਂ ਨੇ ਵੀ ਆਪਣੀ ਸ਼ਮੂਲੀਅਤ ਦਿੱਤੀ।
ਮਸਲਾ ਹੁਣ ਸਿਰਫ ਇਹ ਨਹੀਂ ਕਿ ਸਾਡੀ ਸ਼ਮੂਲੀਅਤ ਹੈ ਜਾਂ ਨਹੀਂ, ਮਸਲਾ ਇਹ ਹੈ ਕਿ ਸਾਡੀ ਸ਼ਮੂਲੀਅਤ ਉਦੋਂ ਤੱਕ ਬਣੀ ਰਹਿਣੀ ਚਾਹੀਦੀ ਹੈ ਜਦੋਂ ਤੱਕ ਇਹ ਅੰਦੋਲਨ ਖਤਮ ਨਹੀਂ ਹੋ ਜਾਂਦਾ। ਸਰਕਾਰਾਂ ਦਾ ਕਰੜਾ ਰੁਖ, ਜਿਹੜੇ ਬੈਰੀਗੇਡ ਲਗਾਏ ਗਏ ਨੇ, ਸ਼ਾਇਦ ਕਾਸ਼ ਉਹ ਬੈਰੀਗੇਡ ਉਹਨਾਂ ਸਰਹੱਦਾਂ ਤੇ ਲੱਗਦੇ ਜਿੱਥੋਂ ਸਾਡੇ ਦੇਸ਼ ਨੂੰ ਨੁਕਸਾਨ ਹੁੰਦਾ ਹੈ। ਕਿਸਾਨ ਤਾਂ ਅੰਨਦਾਤਾ ਹੈ, ਆਪਣੀ ਰੋਜ਼ੀ ਰੋਟੀ ਕਮਾਉਂਦਾ ਹੈ ਤੇ ਆਪਣੀ ਰੋਟੀ ਦੇ ਲਈ ਹੀ ਉਹਨਾਂ ਹੱਦਾਂ ਤੇ ਸਰਹੱਦਾਂ ਤੇ ਬੈਠਾ ਹੈ। ਉਹਨਾਂ ਦੇ ਨਾਲ ਜਿਸ ਤਰੀਕੇ ਦਾ ਵਤੀਰਾ ਕੀਤਾ ਜਾ ਰਿਹਾ ਹੈ, ਜੇ ਕੋਈ ਕਿਸਾਨਾਂ ਦੇ ਹੱਕ 'ਚ ਆਵਾਜ਼ ਚੁੱਕਦਾ ਹੈ ਉਸ ਦੇ ਖਿਲਾਫ ਟਵੀਟ ਹੋਣ ਲੱਗ ਜਾਂਦੇ ਨੇ। ਸ਼ਾਇਦ ਇਹ ਸਭ ਸਰਕਾਰ ਦੀ ਖਰਾਬ ਸਾਜ਼ਿਸ਼ਾਂ ਭਰੀ ਮਾਨਸਿਕਤਾ ਦਾ ਸੰਕੇਤ ਹੈ। ਬਰਨ ਕੌਰ ਮਾਨ ਤੁਹਾਡੇ ਤੋਂ ਆਗਿਆ ਲੈਂਦੀ ਹੈ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।